हर एक अनंत सोग नहीं बिया, सो कर गुरु नानक को दिया। सो कर गुरु नानक को दिया। परम सत्कारयोग गुरु स्वरूप गुरु साध संगत जी दासां की हाजरी प्रवान करो। फतेह अर्ज है। वाहिगुरु जी का खालसा वाहिगुरु जी की फतेह। आओ गुरु निरंकार की कृपा दे नाल आपां अगले अध्याय वल चलीए। निरंकार कृपा करे, रहम करे, आप अंग संग सहाय हो के आप जी की सेवा करवा लवे। तो इस दे विच मेहरबान दयालु कृपालु सानू जीवन की जो जात सिखाते ने वो साडे हिरदे दे विच वस जावे। करो कृपा जी। गौड़ी महला पंजवा, मीत करे सोई हम माना, मीत के कर तब कुशल समाना। मीत इत्थे आख्या है वो अकाल पुरख निरंकार नूं। मीत दा असली मतलब निकलदा मित्र, दोस्त, जिहड़ा गूढ़ा मित्र दोस्त होवे, जिस दे नाल असीं सारे दुख सुख साझे कर सकते हाँ, वो साडा मित्र हुंदा है। संसार दा जीव ये अरदास करदा भी जिहड़ा मेरा मित्र है, मेरा प्रीतम निरंकार जो है, जो इदू संसार दे उत्ते वो कर रहा वो मैनू मंजूर है, मैं उसनूं स्वीकार करदा। उस दे हुक्म दे विच मैं अपने जीवन नूं चला रहा हाँ। मेरा मित्र दा जिहड़ा सारा हुक्म है वो सारे संसार दे उत्ते चलदा है। मीत के करतब कुशल समाना। मेरे प्रीतम मेरे मित्र दोस्त जिहड़े कम ने, करतब कहंदे ने कम नूं, जो भी वो कर रहा वो सदा ही भले दे समान हुंदे हन। एका टेक मेरे मन चीत, जिस किश करना सो हमरा मीत। मेरे मन ने उस एक अकाल पुरख वाहिगुरु नूं ओदी टेक ले ली है, ओदी ओट ले ली है, ओट रखी हुई है। जिस कुछ करना सो हमरा मीत। वो सब कुछ करन कराउण वाला निरंकार वाहिगुरु जिहड़ा है, जिहदा हुक्म सारे संसार ते चलदा, ओह मेरा मित्र है। रहाओ मीत हमारा वे परवाहा, गुर कृपा ते मुहे असनाहा। मेरा मित्र वे परवाह है। ਉਹਨੂੰ ਕੋਈ ਵੱਡਾ ਵੱਡਾ ਕਹੀ ਜਾਵੇ, ਕੋਈ ਛੋਟਾ ਛੋਟਾ ਕਹੀ ਜਾਵੇ, ਕੋਈ ਉਹਦੀ ਵਡਿਆਈ ਕਰੀ ਜਾਵੇ, ਕੋਈ ਉਹਦੀ ਨਿੰਦਿਆ ਕਰੀ ਜਾਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਵੱਡਾ ਵੱਡਾ ਕਹਿਣ ਦੇ ਨਾਲ ਉਹ ਵੱਡਾ ਨਹੀਂ ਹੋ ਜਾਂਦਾ, ਛੋਟਾ ਛੋਟਾ ਜਾਂ ਮਾੜਾ ਮਾੜਾ ਕਹਿਣ ਦੇ ਨਾਲ ਉਹ ਮਾੜਾ ਨਹੀਂ ਬਣ ਜਾਂਦਾ। ਪਰ ਜੋ ਸੰਸਾਰ ਦੇ ਜੀਵ ਨੇ ਜਿਹੜੇ ਉਸ ਨੂੰ ਵੱਡਾ ਵੱਡਾ ਕਹਿ ਕੇ ਉਹਦੀ ਵਡਿਆਈ ਕਰਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ ਨਿਰੰਕਾਰ ਦੇ, ਨਿਰੰਕਾਰ ਨੂੰ ਪਿਆਰੇ ਲੱਗਣ ਲੱਗ ਪੈਂਦੇ ਨੇ। ਤੇ ਜਿਹੜੇ ਉਸ ਨੂੰ ਮਾੜਾ ਮਾੜਾ ਕਹਿੰਦੇ ਨੇ ਭਾਈ ਉਹ ਨਿਰੰਕਾਰ ਤੋਂ ਟੁੱਟ ਜਾਂਦੇ ਨੇ। ਸੋ ਇਸ ਕਰਕੇ ਸਤਿਗੁਰ ਸਾਨੂੰ ਕਹਿੰਦੇ ਨੇ ਵੀ ਉਹ ਜਿਹੜਾ ਵਾਹਿਗੁਰੂ ਨਿਰੰਕਾਰ ਹੈ ਉਹ ਤਾਂ ਬੇਪਰਵਾਹ ਹੈ। ਔਰ ਗੁਰ ਕਿਰਪਾ ਤੇ ਮੋਹਿ ਅਸਨਾਹਾ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਨਾਮ ਦੀ ਰਹਿਮਤ ਦੇ ਨਾਲ ਮੈਨੂੰ ਉਸ ਦਾ ਗਿਆਨ ਹੋ ਗਿਆ ਹੈ, ਮੈਂ ਉਹਦਾ ਵਾਕਿਫ ਹੋ ਗਿਆ ਹਾਂ। मीत हमारा अंतर जामी, समर्थ पुरख पार ब्रह्म स्वामी। मेरा मित्र ਤਾਂ ਅੰਤਰਜਾਮੀ ਹੈ, ਉਹ ਸਾਰਿਆਂ ਦੇ ਅੰਦਰ ਬਾਹਰ ਦਾ ਜਾਣਦਾ ਹੈ। ਔਰ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਉਹ ਪਾਰ ਬ੍ਰਹਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਸਮਰੱਥ, ਸਾਰੇ ਗੁਣਾਂ ਦੇ ਵਿੱਚ, ਸਾਰੇ ਖਜ਼ਾਨਿਆਂ ਦੇ ਵਿੱਚ, ਹਰ ਰੂਪ ਦੇ ਵਿੱਚ ਸਮਰੱਥ ਹਨ। हम दासे तुम ठाकुर मेरे, मान महत नानक प्रभ तेरे। ਇਹ ਵਾਹਿਗੁਰੂ ਜੀ ਤੁਸੀਂ ਸਾਡੀ ਰਖਵਾਲੀ ਕਰਨ ਵਾਲੇ ਹੋ। ਅਸੀਂ ਤੁਹਾਡੇ ਦਾਸ ਹਾਂ, ਅਸੀਂ ਤੁਹਾਡੇ ਜਨ ਹਾਂ। ਮਾਲਕ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਮਾਨ ਮਹਤ ਨਾਨਕ ਪ੍ਰਭ ਤੇਰੇ। ਨਿਰੰਕਾਰ ਸੱਚੇ ਪਾਤਸ਼ਾਹ ਜੀਓ, ਜਿਹੜਾ ਦੁਨੀਆ ਦੇ ਉੱਤੇ ਆਪ ਜੀ ਦੀ ਕਿਰਪਾ ਨਾਲ ਸਾਨੂੰ ਮਾਣ ਪ੍ਰਾਪਤ ਹੋਇਆ,
ਇਹ ਵੀ ਆਪ ਜੀ ਦਾ ਹੀ ਹੈ। ਮਹਤ ਕਹਿੰਦੇ ਮਰਤਬਾ, ਜੋ ਸਾਨੂੰ ਇੱਥੇ ਸਭ ਕੁਝ ਪ੍ਰਵਾਨ ਸਾਨੂੰ ਬਖਸ਼ਿਸ਼ ਕੀਤਾ ਆਪਨੇ ਨਿਰੰਕਾਰ ਸੱਚੇ ਪਾਤਸ਼ਾਹ ਜੀਓ। ਸੋ ਇਸ ਕਰਕੇ ਸਮਰੱਥ ਹੋ, ਤੁਸੀਂ ਸਾਰੀਆਂ ਤਾਕਤਾਂ ਦੇ ਮਾਲਕ ਹੋ। ਅਸੀਂ ਤੁਹਾਡੇ ਦਾਸ ਹਾਂ, ਤੁਸੀਂ ਸਾਡੇ ਠਾਕੁਰ ਹੋ, ਅਸੀਂ ਤੁਹਾਡੇ ਸੇਵਕ ਹਾਂ। ਜਿਹੜੀ ਮਹੱਤਤਾ ਜੋ ਸਾਨੂੰ ਵਡਿਆਈ ਇੱਥੇ ਤੇਰੇ ਸੇਵਕ ਕਰਕੇ ਮਿਲੀ ਹੈ, ਉਹ ਵੀ ਨਿਰੰਕਾਰ ਜੀ ਆਪ ਜੀ ਦੀ ਹੀ ਹੈ। ਗੌੜੀ ਮਹੱਲਾ ਪੰਜਵਾਂ। ਜਾਕੋ ਤੁਮ ਭਏ ਸਮਰਥ ਅੰਗਾ, ਤਾਂ ਕੋ ਕਛ ਨਾਹੀ ਕਾਲੰਗਾ। ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ, ਜਿਹੜੇ ਬੰਦਗੀ ਦੇ ਵਿੱਚ ਤੇ ਤੁਹਾਡੀ ਸੇਵਾ ਦੇ ਵਿੱਚ ਬੈਠੇ ਨੇ, ਜਿਹੜੇ ਤੁਹਾਡੇ ਸਿਮਰਨ ਦੇ ਵਿੱਚ ਬੈਠੇ ਨੇ, ਜਿਹੜੇ ਆਪ ਜੀ ਦੇ ਹੁਕਮ ਦੇ ਵਿੱਚ ਵੱਜ ਗਏ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਜਿਹੜੇ ਜੀਵ ਨੇ ਉਹਨਾਂ ਦੇ ਤੁਸੀਂ ਸਦਾ ਹੀ ਅੰਗ ਸੰਗ ਹੋ ਸਮਰੱਥ ਨਿਰੰਕਾਰ ਜੀਓ। ਤੇ ਜਿਨ੍ਹਾਂ ਦੇ ਤੁਸੀਂ ਅੰਗ ਸੰਗ ਹੋ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕਲੰਕ, ਕਿਸੇ ਤਰ੍ਹਾਂ ਦਾ ਪਾਪ ਵੀ ਉਹਨਾਂ ਨੂੰ ਛੂ ਨਹੀਂ ਸਕਦਾ। ਮਾਧੋ ਜਾਂ ਕੋ ਹੈ ਆਸ ਤੁਮਾਰੀ, ਤਾਂ ਕੋ ਕਛ ਨਾਹੀ ਸੰਸਾਰੀ। ਮਾਧੋ ਦਾ ਮਤਲਬ ਹੁੰਦਾ ਮਾਂ ਕਹਿੰਦੇ ਨੇ ਮਾਇਆ ਨੂੰ, ਧੋ ਕਹਿੰਦੇ ਨੇ ਪਤੀ ਨੂੰ, ਮਾਇਆ ਦੇ ਪਤੀ ਨੂੰ ਮਾਧੋ ਆਖਿਆ ਹੈ। ਕਹਿੰਦੇ ਇਹ ਮਾਧੋ, हे ਅਕਾਲ ਪੁਰਖ, ਜਿਨ੍ਹਾਂ ਨੂੰ ਆਪ ਜੀ ਦੀ ਆਸ ਹੈ, ਜਾਂ ਕੋ ਹੈ ਆਸ ਤੁਮਾਰੀ, ਜਿਨ੍ਹਾਂ ਨੂੰ ਆਪ ਜੀ ਦਾ ਸਹਾਰਾ ਹੈ, ਆਪ ਜੀ ਦੀ ਓਟ ਲਈ ਜਿਨ੍ਹਾਂ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਸੰਸਾਰੀ ਤੱਤ, ਸੰਸਾਰੀ ਵਿਕਾਰ, ਮਾਇਆ ਦੇ ਬੰਧਨ ਨਹੀਂ ਛੋ ਸਕਦੇ। ਰਹਾਉ ਜਾਂ ਕੈ ਹਿਰਦੈ ਠਾਕੁਰ ਹੋਏ, ਤਾਂ ਕੋ ਸਹਸਾ ਨਾਹੀ ਕੋਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਠਾਕੁਰ ਵਾਹਿਗੁਰੂ ਨਿਰੰਕਾਰ ਦਾ ਨਾਮ ਵਸ ਗਿਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਇੱਥੇ ਸੰਸਾਰ ਦੁੱਖ ਨਹੀਂ ਕਿਸੇ ਪਾਸੋਂ ਵੀ ਪ੍ਰਾਪਤ ਹੁੰਦਾ। ਸਤਿਗੁਰ ਹੱਥ ਕਰ ਦੇ ਕੇ ਰੱਖ ਲੈਂਦੇ ਨੇ। ਜਾਂ ਕੋ ਤੁਮ ਦੀਨੀ ਪ੍ਰਭ ਧੀਰ, ਤਾਂ ਕੈ ਨਿਕਟ ਨ ਆਵੈ ਪੀਰ। ਜਿਸ ਦੇ ਉੱਤੇ ਆਪ ਜੀ ਨੇ ਕਿਰਪਾ ਕਰਤੀ ਨਿਰੰਕਾਰ ਜੀ, ਜਿਸ ਨੂੰ ਆਪ ਨੂੰ ਨਾਮ ਦੇ ਵਿੱਚ ਧੀਰਜ ਦੇ ਦਿੱਤਾ, ਟਿਕਾ ਦੇ ਦਿੱਤਾ ਸਤਿਗੁਰ ਜੀ, ਉਹਦੇ ਲਾਗੇ ਕਿਸੇ ਤਰ੍ਹਾਂ ਦਾ ਦੁੱਖ ਸੰਤਾਪ ਨਹੀਂ ਆਉਂਦਾ। ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ। ਕਹਿੰਦੇ ਸੰਸਾਰ ਨੂੰ ਜੀਵ ਫੇ ਆਖਦੇ, ਕਹਿੰਦੇ ਕਹੋ ਨਾਨਕ ਮੈਂ ਸੋ ਗੁਰ ਪਾਇਆ, ਮੇਰੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ, ਇਸ ਤਰ੍ਹਾਂ ਨਿਰੰਕਾਰ ਦਾ ਮੈਨੂੰ ਮਿਲਾਪ ਹੋ ਗਿਆ, ਪਾਰ ਬ੍ਰਹਮ ਪੂਰਨ ਦਿਖਾਇਆ, ਪੂਰੇ ਪ੍ਰਭੂ ਉਸ ਨਿਰੰਕਾਰ ਦੇ ਮੈਨੂੰ ਦਰਸ਼ਨ ਹੋ ਗਏ ਗੁਰੂ ਨਾਨਕ ਨਿਰੰਕਾਰ ਦੀ ਕਿਰਪਾ ਦੇ ਨਾਲ। ਗੌੜੀ ਮਹੱਲਾ ਪੰਜਵਾਂ। ਦੁਲਬ ਦੇ ਪਾਈ ਵਡ ਭਾਗੀ, ਨਾਮ ਨ ਜਪੈ ਤੇ ਆਤਮ ਘਾਤੀ। ਵਾਹਿਗੁਰੂ ਜੀ ਕਹਿੰਦੇ ਨੇ ਦੁਲਬ ਆ ਜਿਹੜੀ ਦੇਹ ਹੈ, ਇਹ ਬਹੁਤ ਵੱਡੇ ਭਾਗਾਂ ਦੇ ਨਾਲ ਆਪਾਂ ਪ੍ਰਾਪਤ ਕੀਤੀ ਭਾਈ, ਵੱਡੇ ਭਾਗਾਂ ਦੇ ਨਾਲ ਆਪਾਂ ਨੂੰ ਇਹ ਦੇਹ ਪ੍ਰਾਪਤ ਹੋਈ ਹੈ। ਇਹੀ ਇੱਕ ਦੇਹ ਹੈ ਜਿਸ ਦੇਹ ਦੇ ਵਿੱਚ ਹੁੰਦਿਆਂ ਹੋਇਆਂ ਨੂੰ ਸਾਨੂੰ ਸੰਪੂਰਨ ਤੌਰ ਦੇ ਉੱਤੇ ਗਿਆਨ ਹੈ। ਸੰਸਾਰ ਦੀ ਹਰ ਵਸਤੂ ਦਾ ਸਾਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਗਿਆਨ ਦਿੱਤਾ ਹੈ ਇਹਦੂ ਦੇਹ ਦੇ ਵਿੱਚ ਰਹਿੰਦੇ ਹੋਏ। ਬਾਕੀ ਵੀ ਠੀਕ ਆ, ਬਹੁਤ ਐਸੇ ਸਰੀਰ ਨੇ ਜਿਹੜੇ ਕਿ ਹਵਾ ਦੇ ਸਹਾਰੇ ਦੇ ਨਾਲ ਚੱਲ ਰਹੇ ਨੇ, ਜਿਹੜੇ ਪ੍ਰਾਣਾਂ ਦੇ ਆਸਰੇ ਦੇ ਨਾਲ ਚੱਲਦੇ ਨੇ, ਪਰ ਉਹਨਾਂ ਨੂੰ ਕਿਸੇ ਨੂੰ ਸੋਚਣ ਦੀ ਸ਼ਕਤੀ ਨਹੀਂ ਦਿੱਤੀ ਨਿਰੰਕਾਰ ਨੇ, ਕਿਸੇ ਨੂੰ ਬੋਲਣ ਦੀ ਸ਼ਕਤੀ ਨਹੀਂ ਦਿੱਤੀ। ਪਰ ਇਹ ਜਿਹੜੀ ਦੇਹ ਹੈ, ਇਸ ਸਤਿਗੁਰ ਨੇ ਸੰਪੂਰਨ ਤੌਰ ਦੇ ਉੱਤੇ ਵੱਡੇ ਭਾਗਾਂ ਦੇ ਨਾਲ ਜੀਵ ਨੂੰ ਪ੍ਰਾਪਤ ਹੋਈ ਆ ਦੁਰਲਭ ਦੇ। ਔਰ ਇਹ ਵਾਰ-ਵਾਰ ਨਹੀਂ ਪ੍ਰਾਪਤ ਹੁੰਦੀ, ਪਤਾ ਨਹੀਂ ਕਿੰਨੀ ਕੁ ਵਾਰ ਆਪਾਂ 84 ਦੇ ਵਿੱਚ ਘੁੰਮ ਕੇ ਇੱਥੇ ਆਏ ਹਾਂ, ਜਦੋਂ ਕਿ ਸਾਨੂੰ ਇਹ ਨਸੀਬ ਹੋਈ ਹੈ। ਕਹਿੰਦੇ ਵੀ ਜਿਹੜੇ ਏਦੂ ਸੰਸਾਰ ਦੇ ਉੱਤੇ ਏਦੂ ਦੇਹ ਦੇ ਵਿੱਚ ਜਿਹੜੀ ਨਿਰੰਕਾਰ ਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੋਈ ਤੇ ਨਾਮ ਨਹੀਂ ਜਪਦੇ, ਉਹ ਤਾਂ ਫਿਰ ਭਾਈ ਆਤਮਘਾਤੀ ਨੇ। ਆਤਮਘਾਤੀ ਕਹਿੰਦੇ ਨੇ ਜਿਹੜੇ ਕਿ ਗਲ ਦੇ ਵਿੱਚ ਰੱਸੀ ਪਾ ਕੇ ਫਾਹਾ ਲੈ ਲੈਂਦੇ ਨੇ, ਨਿਆਈ ਮੋਤੇ ਮਰਦੇ ਹਨ। ਮਰ ਨਾ ਜਾਹੀ ਜਿਨ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਮੈਂ ਬੇਨਤੀ ਕੀਤੀ ਸੀ, ਕਿਤੇ ਕਿਤੇ ਸਤਿਗੁਰੂ ਜੀ ਬਹੁਤ ਕਟੜੇ ਬਚਨ ਆਖਦੇ ਨੇ ਸੰਸਾਰ ਨੂੰ, ਕਾਰਨ ਕਿ ਸੰਸਾਰ ਇੰਨਾ ਹੀ ਈਰਖਾ ਦੇ ਵਿੱਚ, ਇੰਨਾ ਇਹ ਸੰਸਾਰ ਨਿਰੰਕਾਰ ਤੋਂ ਦੂਰ ਹੋ ਗਿਆ, ਨਿਰੰਕਾਰ ਦੀਆਂ ਵਸਤਾਂ ਦੇ ਵਿੱਚ ਖੁੱਭ ਗਿਆ ਹੈ। ਤੇ ਵੀ ਸਤਿਗੁਰ ਕਹਿੰਦੇ ਨੇ ਮਰ ਨਾ ਜਾਹੀ ਜਿਸ ਬਿਸਰਤ ਰਾਮ। ਉਹ ਮਰ ਕਿਉਂ ਨਹੀਂ ਜਾਂਦੇ ਸੰਸਾਰ ਦੇ ਉੱਤੇ? ਜਿਨ੍ਹਾਂ ਨੇ ਉਹ ਜਿਹੜਾ ਦਾਤਾ ਹੈ, ਸਾਰੀਆਂ ਦਾਤਾਂ ਦਾ ਜਿਹੜਾ ਮਾਲਕ ਹੈ, ਸਾਡੇ ਸਰੀਰ ਦਾ ਵੀ ਮਾਲਕ ਹੈ,
ਸਾਡੇ ਪ੍ਰਾਣਾਂ ਦਾ ਵੀ ਮਾਲਕ ਹੈ। ਨਿਰੰਕਾਰ ਜਿਸ ਨੂੰ ਅਸੀਂ ਭੁੱਲ ਚੁੱਕੇ ਹਾਂ। ਇਹ ਸੰਸਾਰ ਇਦਾਂ ਦਾ ਬਣਦਾ ਜਾ ਰਿਹਾ ਭਾਈ। ਅਸੀਂ ਉਹ ਦਾਤਾਂ ਦੇਣ ਵਾਲੇ ਨੂੰ ਭੁੱਲੀ ਜਾ ਰਹੇ ਹਾਂ। ਦਾਤਾਂ ਦੇ ਨਾਲ ਸਾਡਾ ਮੋਹ ਪਈ ਜਾਂਦਾ, ਪਰ ਮਾਲਕ ਕਹਿੰਦੇ ਉਹ ਮਰ ਕਿਉਂ ਨਹੀਂ ਜਾਂਦੇ ਇੱਥੇ। ਇਹ ਕਟੜੇ ਬਚਨ ਨੇ ਸਤਿਗੁਰਾਂ ਦੇ। ਕਹਿੰਦੇ ਨਾਮ ਵੀ ਹੁਣ ਜੀਵਨ ਕੋ ਕੌਣ ਕਾਮ। ਕਹਿੰਦੇ ਨਾਮ ਤੋਂ ਬਗੈਰ ਇਹ ਜਿਹੜਾ ਸੰਸਾਰ ਦੇ ਉੱਤੇ ਤੇਰਾ ਜੀਣਾ ਇਹ ਕਿਹੜੇ ਕੰਮ ਦਾ, ਕਿ ਬੇਅਰਥ ਹੈ, ਬਿਲਕੁਲ ਬੇਅਰਥ ਹੈ ਤੇਰਾ ਇੱਥੇ ਜੀਣ ਦਾ, ਕਿਸੇ ਕੰਮ ਦਾ ਨਹੀਂ ਹੈ। ਰਹਾਉ ਖਾਤ ਪੀਤ ਖੇਲਤ ਹਸਤ ਵਿਸਥਾਰ ਕਵਨ ਅਰਥ ਮਿਰਤਕ ਸੀਗਾਰ। ਦੱਸੋ ਭਾਈ, ਇਹ ਖਾਣ ਪੀਣ ਖੇਲਣਾ ਹੱਸਣਾ ਜਿਹੜਾ ਤੇ ਇਹ ਜਿਹੜੇ ਕਾਰਜ ਨੇ ਇਹ ਸਾਰੇ ਨਿਸਫਲ ਨੇ। ਇਹਨਾਂ ਦੇ ਰਾਹੀਂ ਸਾਨੂੰ ਪ੍ਰਮਾਤਮਾ ਜਿਹਨੂੰ ਮਿਲਣ ਵਾਸਤੇ ਇਸ ਸੰਸਾਰ ਦੇ ਉੱਤੇ ਆਏ ਹਾਂ ਉਹ ਨਹੀਂ ਮਿਲਣਾ। ਕਵਨ ਅਰਥ ਮਿਰਤਕ ਸੀਗਾਰ। ਕਹਿੰਦੇ ਇਸ ਤਰ੍ਹਾਂ ਇਹ ਸਾਰੇ ਤੇਰੇ ਬੇਅਰਥ ਨੇ। ਜਿੱਦਾਂ ਕੋਈ ਮੁਰਦਾ ਦੇਹ ਪਈ ਹੋਵੇ, ਉਹਨੂੰ ਭਾਵੇਂ ਅਨੇਕਾਂ ਤਰ੍ਹਾਂ ਦੇ ਤੁਸੀਂ ਕੀ ਕਹਿੰਦੇ ਉਹਨਾਂ ਨੇ ਸ਼ਿੰਗਾਰ ਕਰ ਦੇਵੋ, ਉਹਨੂੰ ਅਨੇਕਾਂ ਤਰ੍ਹਾਂ ਦੇ ਹਾਰ ਪਹਿਨਾ ਦਿਓ, ਸੋਹਣੇ ਸੋਹਣੇ ਕੱਪੜੇ ਪਹਿਨਾ ਦਿਓ, ਉਹ ਸਾਰੇ ਵਿਅਰਥ ਹੁੰਦੇ ਹਨ। ਇਸੇ ਤਰ੍ਹਾਂ ਤੇਰਾ ਇੱਥੇ ਖਾਣਾ ਪੀਣਾ ਖੇਲਣਾ ਹੱਸਣਾ ਪ੍ਰਮਾਤਮਾ ਨੂੰ ਭੁੱਲ ਕੇ ਇਹ ਸਾਰਾ ਬੇਅਰਥ ਹੈ। ਜੋ ਨ ਸੁਨੇ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਸਤਿਗੁਰੂ ਜੀ ਕਹਿੰਦੇ ਨੇ ਵੀ ਜਿਹੜਾ ਜੀਵ ਸੰਸਾਰ ਦੇ ਉੱਤੇ ਆਣ ਕੇ ਉਹ ਪਰਮਾਨੰਦ ਅਕਾਲ ਪੁਰਖ ਵਾਹਿਗੁਰੂ ਨੂੰ ਆਖਿਆ, ਇੱਥੇ ਪਰਮੇਸ਼ਰ ਨੂੰ ਆਖਿਆ ਹੈ। ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਸੁਣਦੇ, ਜਿਹੜੇ ਉਸ ਦਾ ਜਸ ਨਹੀਂ ਸੁਣਦੇ, ਉਹ ਤਾਂ ਇਸ ਤਰ੍ਹਾਂ ਹੈ ਜਿੱਦਾਂ ਪਸ਼ੂ ਨੇ, ਪੰਖੀ ਨੇ, ਔਰ ਤ੍ਰਿਗ ਜਿਹੜੀਆਂ ਟੇਢੀਆਂ ਜੂਨਾਂ ਦੇ ਵਿੱਚ ਹੁੰਦੇ ਨੇ, ਜਿੱਦਾਂ ਕਿ ਸੱਪ ਆਦਿਕ ਹੁੰਦੇ ਨੇ, ਕਡੇਰਨੇ ਹੁੰਦੇ ਨੇ, ਹੋਰ ਅਨੇਕਾਂ ਤਰ੍ਹਾਂ ਦੀਆਂ ਟੇਢੀਆਂ ਜੁਨੀਆਂ ਜਿਹੜੀਆਂ ਸਿਰਫ ਧਰਤੀ ਤੇ ਆਪਣੇ ਸਰੀਰ ਨੂੰ ਖਿੱਚ ਕੇ ਤੁਰਦੀਆਂ ਨੇ। ਕਹਿੰਦੇ ਉਹਨਾਂ ਨਾਲੋਂ ਵੀ ਮੰਦੇ ਤੇ ਭੈੜੇ ਹੁੰਦੇ ਹਨ। ਕਹੁ ਨਾਨਕ ਗੁਰ ਮੰਤਰ ਦਿਰੜਾਇਆ ਕੇਵਲ ਨਾਮ ਰਿਦ ਮਾਹੇ ਸਮਾਇਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦਾ ਨਾਮ ਦ੍ਰਿੜਾਇਆ, ਔਰ ਉਹ ਕਿੰਨੇ ਭਾਗਾਂ ਵਾਲੇ ਨੇ। ਕਹੁ ਨਾਨਕ ਗੁਰ ਮੰਤਰ ਦ੍ਰਿੜਾਇਆ, ਜਿਨ੍ਹਾਂ ਨੇ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਗੁਰ ਮੰਤਰ ਹੈ ਵਾਹਿਗੁਰੂ, ਗੁਰੂ ਕੇ ਪਿਆਰਿਓ, ਉਸ ਮੰਤਰ ਨੂੰ ਹਿਰਦੇ ਦੇ ਵਿੱਚ ਰੱਖ ਕੇ ਦ੍ਰਿੜਾਇਆ। ਕੇਵਲ ਨਾਮ ਰਿਦ ਮੈਂ ਸਮਾਇਆ, ਤੇ ਉਹ ਜਿਹੜਾ ਨਾਮ ਅੰਦਰੋਂ ਪ੍ਰਗਟ ਸ਼ਬਦ ਹੋਣਾ ਹੈ, ਹਿਰਦੇ ਦੇ ਵਿੱਚ ਜਿਹੜਾ ਗੁਪਤ ਰੂਪ ਦੇ ਵਿੱਚ ਟਿਕਿਆ ਹੋਇਆ ਹੈ, ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨੂੰ ਪ੍ਰਗਟ ਕਰ ਦਿੰਦੇ ਨੇ। ਕਹਿੰਦੇ ਉਹ ਜੀਵ ਉਸ ਨਾਮ ਦੇ ਵਿੱਚ ਹੀ ਸਮਾ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ। ਕਾਕੀ ਮਾਈ ਕਾਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਕ। ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਇੱਕ ਸ਼ਾਹੂਕਾਰ ਆ ਗਿਆ ਜਿਹਦਾ ਬਾਪ ਮਰ ਗਿਆ। ਉਹ ਸ਼ਾਹੂਕਾਰ ਸਤਿਗੁਰ ਦੇ ਕੋਲ ਆਣ ਕੇ ਬਹੁਤ ਉੱਚੀ ਉੱਚੀ ਭੁੱਬਾਂ ਮਾਰ ਕੇ ਬਹੁਤ ਰੋਣਾ ਸ਼ੁਰੂ ਕਰ ਦਿੱਤਾ ਉਸਨੇ, ਔਰ ਬੜਾ ਧਰਾਸਾ ਦਿੱਤਾ ਸਤਿਗੁਰਾਂ ਨੇ। ਪਰ ਉਹ ਫਿਰ ਚੁੱਪ ਨਾ ਹੋਵੇ, ਬੜਾ ਜਾਣ ਕੇ ਰੋਈ ਜਾਵੇ। ਤੇ ਸਤਿਗੁਰਾਂ ਨੇ ਪੁੱਛਿਆ ਵੀ ਭਾਈ ਕਿ ਹੋਇਆ ਕੀ? ਆਖਣ ਲੱਗਾ ਮੇਰਾ ਬਾਪੂ ਮਰ ਗਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਸ਼ਾਹੂਕਾਰ ਨੂੰ ਸੰਬੋਧਨ ਕਰਕੇ ਬੈਠੀ ਹੋਈ ਸੰਗਤ ਨੂੰ ਉਪਦੇਸ਼ ਦੇਣ ਵਾਸਤੇ ਇਹ ਸ਼ਬਦ ਫਿਰ ਉਚਾਰਨ ਕੀਤਾ। ਕਹਿੰਦੇ ਕਾਕੀ ਮਾਈ ਕਾਕੋ ਬਾਪ, ਮਾਂ ਕਿਸ ਦੀ ਹੈ, ਪਿਓ ਕਿਸ ਦਾ ਹੈ। ਕਾਕੀ ਕੌਣ ਮਾਂ ਹੈ ਤੇ ਕੌਣ ਪਿਓ ਹੈ। ਨਾਮ ਤਰੀਕ ਝੂਠੇ ਸਭ ਸਾਕ, ਇਹ ਤਾਂ ਨਾਮ ਮਾਤਰ ਹੀ ਸਾਡੇ ਰਿਸ਼ਤੇਦਾਰ ਨੇ, ਨਾਮ ਕਰਕੇ ਹੀ ਸਾਡੇ ਮਾਂ ਬਾਪ ਨੇ, ਪਰ ਨਾਮ ਤੋਂ ਇਲਾਵਾ ਹੋਰ ਕਿਸੇ ਰੂਪ ਦੇ ਵਿੱਚ ਨਹੀਂ ਸਾਡੇ ਸਹਾਈ ਹੁੰਦੇ। ਕਾਹੇ ਕੋ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ। ਕਾਹੇ ਮੂਰਖਾ ਤੂੰ ਰੋਈ ਜਾਣ ਡਿਆ ਆ, ਕਾਹਤੇ ਤੂੰ ਉੱਚੀ ਉੱਚੀ ਭੁੱਬਾ ਮਾਰੀ ਜਾਣ ਡਿਆ ਆ। ਮਿਲੇ ਸੰਜੋਗ ਹੁਕਮ ਤੂੰ ਆਇਆ। ਇਹ ਤੇ ਜਿੰਨਾ ਸੰਜੋਗਾਂ ਦਾ ਖੇਡ ਸੀ ਉਸ ਦੇ ਕਾਰਨ ਕਰਕੇ ਤੂੰ ਤੇ ਤੇਰਾ ਬਾਪ ਇਦੋਂ ਸੰਸਾਰ ਦੇ ਉੱਤੇ ਆਏ। ਉਹ ਆਪਣੇ ਕਰਮ ਭੋਗ ਕੇ ਇਥੋਂ ਚਲੇ ਗਿਆ। ਇਸ ਕਰਕੇ ਇੰਨਾ ਹੀ ਤੇਰਾ ਤੇ ਉਹਦਾ ਸੰਜੋਗ ਸਮਾਂ ਇਕੱਠਿਆਂ ਦਾ ਸੀ। ਹੁਣ ਕਾਹਤੇ ਐਵੇਂ ਰੋਈ ਜਾ ਰਿਹਾ ਹੈ। ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾਂ ਕੌਣ ਰੋਤ। ਖਿਆਲ ਕਰਕੇ ਤਾਂ ਦੇਖ, ਬਾਕੀ ਵੀ ਜਿਹੜੇ ਸੰਸਾਰ ਦੇ ਉੱਤੇ ਜੀਵ ਨੇ ਉਹ ਸਾਰੇ ਇੱਕੋ ਮਿੱਟੀ ਤੋਂ ਬਣੇ ਹੋਏ ਨੇ। ਉਹਨਾਂ ਦੇ ਵਿੱਚ ਇੱਕੋ ਹੀ ਜੋਤ ਹੈ, ਇੱਕੋ ਹੀ ਹਵਾ ਜਿਹੜੀ ਪਵਨ ਹੈ ਉਹਦੇ ਸਵਾਸ ਉਹ ਲੈਂਦੇ ਨੇ। ਇਸ ਕਾਰਨ ਕਰਕੇ ਦੱਸ ਕੌਣ ਮਰਿਆ?
ਜਿਹਦੇ ਕਰਕੇ ਤੂੰ ਇੰਨੀਆਂ ਦਾ ਭੁੱਬਾ ਮਾਂਡਿਆ ਆ? ਕੌਣ ਮਰਿਆ ਇਹ ਦੱਸ ਮੈਨੂੰ। ਮੇਰਾ ਮੇਰਾ ਕਰ ਬਿਲ ਲਾਹੀ, ਮਰਨ ਹਾਰੇ ਹੋ ਜਿਅਰਾ ਨਾਹੀ। ਕਹਿੰਦੇ ਪੁਰਸ਼ ਤਾਂ ਇਹਨੂੰ ਸੰਸਾਰ ਦੇ ਉੱਤੇ ਮੇਰਾ ਮੇਰਾ ਕਰਕੇ ਵਿਰਲਾਪ ਕਰ ਰਿਹਾ, ਮੇਰਾ ਮੇਰਾ ਕਰਕੇ। ਉਹ ਤਾਂ ਸੰਸਾਰ ਦੇ ਉੱਤੇ ਮੋਹ ਦੇ ਵਿੱਚ ਫਸਿਆ ਹੋਇਆ ਬੇਅੰਤ ਤਰ੍ਹਾਂ ਦੇ ਦੁੱਖ ਪਾਉਂਦਾ ਹੈ ਤੇ ਰੋਈ ਹੀ ਜਾਂਦਾ ਹੈ। ਕਹਿੰਦੇ ਮਰਨ ਹਾਰ ਇਹ ਜੀਰਾ ਨਹੀਂ ਦੇ ਖਿਆਲ ਕਰ। ਸ਼ਾਹੂਕਾਰਾ ਜਿਹੜੀ ਅੰਦਰ ਆਤਮਾ ਬੈਠੀ ਹੈ, ਇਹ ਭਾਈ ਜੀਵ ਆਤਮਾ ਇਹ ਕਦੀ ਮਰਦੀ ਨਹੀਂ ਹੈ। ਇਹ ਤਾਂ ਕਰਤੇ ਨੇ ਪਹਿਲਾਂ ਸੰਸਾਰ ਦੇ ਉੱਤੇ ਭੇਜੀ, ਤਾਂ ਇਹ ਜਿਹੜਾ ਮਿੱਟੀ ਦਾ ਪੁਤਲਾ ਇਹ ਨੱਚਣ ਲੱਗ ਪਿਆ। ਹੁਣ ਕਰਤੇ ਨੇ ਇਹਦੇ ਵਿੱਚੋਂ ਉਹ ਜਿਸ ਆਤਮਾ ਨੂੰ ਦੂਰ ਕਰ ਦਿੱਤਾ, ਇਹ ਮਿੱਟੀ ਦਾ ਪੁਤਲਾ ਹੁਣ ਢੇਰੀ ਹੋ ਗਿਆ। ਕਹ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ ਬਿਨ ਸੇ ਪ੍ਰਮ ਥਾਟ। ਕਹਿੰਦੇ ਜਿਹੜਿਆਂ ਦੇ ਸਤਿਗੁਰਾਂ ਨੇ ਕਿਰਪਾ ਕਰਕੇ ਗਿਆਨ ਦੇ ਸਾਰੇ ਇੰਦਰੇ ਖੋਲ ਦਿੱਤੇ, ਉਹਨਾਂ ਦੇ ਪਰਦੇ ਚੱਕ ਦਿੱਤੇ, ਉਹਨਾਂ ਦੇ ਦਰਵਾਜ਼ੇ ਖੋਲ ਦਿੱਤੇ। ਕਪਾਟ ਕਹਿੰਦੇ ਨੇ ਵੈਸੇ ਤਖਤਿਆਂ ਨੂੰ, ਦਰਵਾਜ਼ਿਆਂ ਨੂੰ, ਉਹ ਖੋਲ ਦਿੱਤੇ। ਮੁਕਤ ਭੈ ਬਿਨ ਸੇ ਪ੍ਰਮ ਥਾਟ। ਉਹ ਸੰਸਾਰ ਦੇ ਉੱਤੇ ਇਸ ਸੰਸਾਰ ਦੇ ਉੱਤੇ ਰਹਿੰਦੇ ਹੋਏ ਮੁਕਤ ਰੂਪ ਹੋ ਕੇ ਚਲੇ ਜਾਂਦੇ ਨੇ। ਉਹਨਾਂ ਦਾ ਜਨਮ ਤੇ ਮਰਨ ਖਤਮ ਹੋ ਜਾਂਦਾ ਹੈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੌੜੀ ਮਹੱਲਾ ਪੰਜਵਾਂ। ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਸ਼ਾਹੂਕਾਰ ਜੀ ਸਾਨੂੰ ਇੱਕ ਗੱਲ ਤਾਂ ਦੱਸੋ ਭਈ, ਤੁਸੀਂ ਬੜੇ ਸਿਆਣੇ ਲੱਗਦੇ ਹੋ ਤੇ ਕੀ ਸੰਸਾਰ ਦੇ ਉੱਤੇ ਦੇਖ ਰਹੇ ਹੋ? ਇਹ ਵੀ ਉੱਥੇ ਹੀ ਏਦੂ ਸ਼ਬਦ ਦੇ ਨਾਲ ਹੀ ਸੰਬੰਧਿਤ ਸ਼ਬਦ ਸਤਿਗੁਰੂ ਜੀ ਗਿਆਨ ਰੂਪੀ ਸੰਗਤ ਨੂੰ ਦਿੰਦੇ ਨੇ ਤੇ ਉਸ ਨੂੰ ਸ਼ਾਹੂਕਾਰ ਨੂੰ ਸੰਬੋਧਨ ਕਰਦੇ ਨੇ। ਕਹਿੰਦੇ ਕਿ ਵੱਡੇ ਵੱਡੇ ਜੋ ਦਿਸੇ ਲੋਕ, ਸ਼ਾਹੂਕਾਰ ਜਿਹਦੇ ਵਿੱਚ ਤੂੰ ਵੀ ਆਣ ਡਿਆ ਆ। ਵੱਡੇ ਵੱਡੇ ਜੋ ਦਿਸੇ ਲੋਕ, ਜਿਹੜੇ ਸ਼ਾਹੂਕਾਰ ਜਾਂ ਸ਼ਾਹੂਕਾਰਾਂ ਤੋਂ ਉੱਤੇ ਰਾਜੇ ਮਹਾਰਾਜੇ ਦਿਸਦੇ ਨੇ, ਤਿੰਨ ਕੋ ਵਿਆਪੇ ਚਿੰਤਾ ਰੋਗ। ਸਾਰੇ ਤਾਂ ਚਿੰਤਾ ਦੇ ਰੋਗ ਦੇ ਵਿੱਚ ਗਰਸੇ ਹੋਏ ਨੇ। ਤੈਂ ਦੇਖਿਆ ਕੋਈ ਉਦੋਂ ਚਿੰਤਾ ਦੇ ਰੋਗ ਤੋਂ ਛੁੱਟਾ ਹੋਇਆ? ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਉਹ ਜੀਵ ਵੱਡਾ ਇੱਥੇ ਆਪਣੇ ਆਪ ਨੂੰ ਕਹਾਉਂਦਾ ਜਿਹਦੇ ਕੋਲ ਬੇਅੰਤ ਮਾਇਆ ਹੁੰਦੀ। ਹੁਣ ਤੂੰ ਸ਼ਾਹੂਕਾਰ ਤੂੰ ਵੀ ਦੇਖ ਲੈ, ਜੇ ਤੇਰੇ ਕੋਲ ਮਾਇਆ ਨਾ ਹੋਵੇ ਤੈਨੂੰ ਪੁੱਛੇ ਕੌਣ? ਤੈਨੂੰ ਕਿਸੇ ਨੇ ਪੁੱਛਣਾ ਨਹੀਂ। ਤੇਰੇ ਕੋਲ ਮਾਇਆ ਕਰਕੇ ਹੀ ਤੈਨੂੰ ਤੇਰੀ ਪੁੱਛ ਗਿੱਛ ਹੈ। ਇਸ ਕਰਕੇ ਮਤ ਸੋਚ ਕੇ ਤੂੰ ਵੱਡਾ ਹੈ। ਇਹ ਤਾਂ ਮਾਇਆ, ਜਿਹੜੀ ਮਾਇਆ ਦਾ ਖਸਮ ਅਕਾਲ ਪੁਰਖ ਨਿਰੰਕਾਰ ਆਪਣੇ ਕਹਿੰਦੇ ਨੇ ਵੀ ਉਹਦੇ ਕਰਕੇ ਹੀ ਤੂੰ ਵੱਡਾ ਹੈ। ਪਰ ਏਡੂ ਸੰਸਾਰ ਤੇ ਸਹੀ ਜੇ ਤੂੰ ਦੇਖਣਾ ਚਾਹੁੰਦਾ ਵੀ ਕੌਣ ਵੱਡਾ ਹੈ, ਕੌਣ ਉੱਚਾ ਸੁੱਚਾ ਹੈ, ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ। ਉਹ ਵੱਡਾ ਹੈ ਸੰਸਾਰ ਦੇ ਉੱਤੇ ਜਿਸ ਨੇ ਉਹ ਨਿਰੰਕਾਰ ਵਾਹਿਗੁਰੂ ਸਭ ਦੇ ਵਿੱਚ ਰਮੇ ਹੋਏ ਰਾਮ ਨੂੰ ਦੀ ਵਡਿਆਈ ਕੀਤੀ ਸੰਸਾਰ ਦੇ, ਔਰ ਵਡਿਆਈ ਦੇ ਨਾਲ ਜੁੜ ਗਿਆ। ਰਹਾਉ ਭੂਮੀਆਂ ਭੂਮ ਉਪਰ ਨਿਤ ਲੁਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੁਝੈ। ਕਹਿੰਦੇ ਜਿਹਦਾ ਖਿਆਲ ਕਰਕੇ ਤਾਂ ਦੇਖ ਲੈ, ਜਿਹੜੇ ਜ਼ਿਮੀਂਦਾਰ ਨੇ ਬਹੁਤ ਉਹਨਾਂ ਦੇ ਕੋਲ ਜ਼ਮੀਨ ਹੈ, ਪਰ ਜ਼ਮੀਨ ਦੀ ਖਾਤਰ ਹੀ ਰੋਜ਼ ਝਗੜੇ ਕਰੀ ਜਾਂਦੇ ਨੇ। ਲੁੱਝੇ ਕਹਿੰਦੇ ਨੇ ਝਗੜਾ ਕਰਨਾ, ਇੱਕ ਦੂਸਰੇ ਦੇ ਨਾਲ ਲੜਦੇ ਫਿਰਦੇ ਨੇ। ਕਹਿੰਦੇ ਉਹ ਜ਼ਮੀਨ ਦੀ ਖਾਤਰ, ਕਹਿੰਦੇ ਵੀ ਛੋੜ ਚਲੇ ਤ੍ਰਿਸ਼ਨਾ ਨਹੀਂ ਬੁਝਿਆ। ਕਹਿੰਦੇ ਇੱਥੋਂ ਸੰਸਾਰ ਨੂੰ ਛੱਡ ਵੀ ਜਾਂਦੇ ਨੇ। ਅੰਤ ਦੇ ਸਮੇਂ ਤੱਕ ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ। ਉਹਨਾਂ ਨੂੰ ਭਾਵੇਂ ਸਾਰੇ ਸੰਸਾਰ ਹੀ ਮਿਲ ਜਾਵੇ ਜ਼ਮੀਨੀ ਰੂਪੀ, ਫੇਰ ਵੀ ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਗਿਆਨ ਦਿੰਦੇ ਨੇ। ਕਹਿੰਦੇ ਕਹੋ ਨਾਨਕ ਤਤ ਵਿਚਾਰਾ, ਇਹ ਹੈ ਤਤ ਸਿਧਾਂਤ। ਇਸ ਨੂੰ ਵਿਚਾਰ ਕੇ ਦੇਖ ਲਿਓ, ਇਹੀ ਸਭ ਤੋਂ ਵੱਡੀ ਮਰਜ਼ਾਦਾ ਹੈ। ਇਸ ਨੂੰ ਵਿਚਾਰ ਕੇ ਦੇਖ ਲਿਓ। ਜਿਨ੍ਹਾਂ ਨੇ ਇੱਥੇ ਪ੍ਰੀਤਮਾ ਜਿਸ ਨਿਰੰਕਾਰ ਸਾਰੀਆਂ ਦਾਤਾਂ ਦਾ ਜਿਹੜਾ ਮਾਲਕ, ਉਹਦੀ ਬੰਦਗੀ ਨਹੀਂ ਕੀਤੀ, ਉਹਦਾ ਜਮਾਂ ਦੇ ਕੋਲੋਂ ਛੁਟਕਾਰਾ ਨਹੀਂ ਹੁੰਦਾ। ਗੌੜੀ ਮਹੱਲਾ ਪੰਜਵਾਂ। ਪੂਰਾ ਮਾਰਗ ਪੂਰਾ ਇਸਨਾਨ, ਸਭ ਕਿਛ ਪੂਰਾ ਹਿਰਦੈ ਨਾਮ। ਜਿਹਦੇ ਹਿਰਦੇ ਦੇ ਵਿੱਚ ਉਸ ਪ੍ਰਭੂ ਨਿਰੰਕਾਰ ਦਾ ਵਾਹਿਗੁਰੂ ਦਾ ਨਾਮ ਟਿਕ ਗਿਆ, ਕਹਿੰਦੇ ਉਸ ਨਾਮ ਦੇ ਨਾਲ ਜੁੜ ਗਿਆ,
ਉਸ ਨੂੰ ਸਹੀ ਮਾਰਗ, ਪੂਰਾ ਮਾਰਗ ਦਾ ਗਿਆਨ ਹੋ ਜਾਂਦਾ ਉਸ ਨੂੰ। ਤੇ ਪੂਰਾ ਇਸ਼ਨਾਨ ਜਿਹੜਾ ਤੀਰਥਾਂ ਦੇ ਉੱਤੇ ਜਾ ਕੇ ਨਹਾਉਂਦੇ ਨੇ, ਉਹ ਤਾਂ ਘਰ ਬੈਠਾ ਹੀ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਕਹਿੰਦੇ ਉਹ ਤਾਂ ਘਰ ਬੈਠਾ ਹੀ ਉਹ ਤੀਰਥਾਂ ਦੇ ਰਾਹੀਂ ਤੀਰਥ ਦਾ ਇਸ਼ਨਾਨ ਕਰ ਕਰਕੇ ਪੂਰਾ ਇਸ਼ਨਾਨ ਕਰ ਲੈਂਦਾ ਹੈ। ਪੂਰੀ ਰਹੀ ਜਾਂ ਪੂਰਾ ਰਾਖੀ, ਪਾਰ ਬ੍ਰਹਮ ਕੀ ਸਰਣ ਜਨਤਾ ਕੀ। ਪੂਰੀ ਰਹੀ ਕਹਿੰਦੇ ਸੰਸਾਰ ਦੇ ਉੱਤੇ ਇੱਜ਼ਤ ਉਹਦੀ ਪੂਰੀ ਰਹੀ, ਮਾਣ ਸਤਿਕਾਰ ਉਹਨੂੰ ਮਿਲਿਆ ਜੇ ਜਾਂ ਪੂਰੇ ਰਾਖੀ, ਜਦੋਂ ਉਹ ਅਕਾਲ ਪੁਰਖ ਨੇ ਕਿਰਪਾ ਕਰਕੇ ਉਹਦੀ ਉਹ ਇੱਜ਼ਤ ਮਾਣ ਰੱਖੀ। ਨਿਰੰਕਾਰ ਸੱਚੇ ਪਾਤਸ਼ਾਹ ਦੇ ਵੱਲੋਂ ਉਸ ਨੂੰ ਵਡਿਆਈਆਂ ਜਿਹੜੀਆਂ ਮਿਲੀਆਂ, ਉਹ ਉਹਨਾਂ ਨੂੰ ਪਹਿਚਾਣ ਗਿਆ, ਉਹ ਨਿਰੰਕਾਰ ਦੀ ਬੰਦਗੀ ਦੇ ਵਿੱਚ ਲੱਗਾ ਰਿਹਾ, ਤਾਂ ਹੀ ਉਹਦੀ ਪੂਰੀ ਇੱਜ਼ਤ ਇਦੂ ਸੰਸਾਰ ਦੇ ਉੱਤੇ ਰਹੀ। ਪਾਰ ਬ੍ਰਹਮ ਕੀ ਸਰਣ ਜਨਤਾ ਕੀ, ਜਿਹਨੇ ਹਰ ਵੇਲੇ ਵਾਹਿਗੁਰੂ ਪਾਰ ਬ੍ਰਹਮ ਪਤੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਰਹਿ ਕੇ ਉਸ ਦੀ ਸ਼ਰਨ ਕਿੱਦਾਂ, ਕਹਿੰਦੇ ਉਸ ਦਾ ਸਹਾਰਾ ਤੇ ਉਸ ਦਾ ਨਿਰੰਕਾਰ ਦਾ ਓੜ ਤੇ ਆਸਰਾ ਲਿਆ। ਰਹਾਉ ਪੂਰਾ ਸੁਖ ਪੂਰਾ ਸੰਤੋਖ, ਪੂਰਾ ਤਪ ਪੂਰਨ ਰਾਜ ਜੋਗ। ਉਸ ਜੀਵ ਨੂੰ ਪੂਰਾ ਸੁਖ ਤੇ ਪੂਰਾ ਸੰਤੋਖ ਨਿਰੰਕਾਰ ਜੀ ਬਖਸ਼ਿਸ਼ ਕਰ ਦਿੰਦੇ ਨੇ, ਇਹ ਗੁਣ ਉਹਨੂੰ ਦੇ ਦਿੰਦੇ ਨੇ। ਫਿਰ ਕੀ, ਪੂਰਾ ਤਪ ਪੂਰਨ ਰਾਜ ਜੋਗ, ਉਸ ਨੂੰ ਪੂਰਾ ਤਪ ਦੇ ਦਿੰਦੇ ਨੇ। ਤਪ ਕਰਨਾ, ਬੰਦਗੀ ਕਰਨਾ, ਭਗਤੀ ਦਾ ਮਾਰਗ ਸਮਝਾ ਦਿੰਦੇ ਨੇ, ਜਿਹਦੇ ਰਾਹੀਂ ਉਹ ਰਾਜ ਜੋਗੀ ਸੰਸਾਰ ਤੇ ਬਣ ਜਾਂਦਾ ਹੈ। ਹਰ ਕੈ ਮਾਰਗ ਪਤਿਤ ਪੁਨੀਤ, ਪੂਰੀ ਸੋਭਾ ਪੂਰਾ ਲੋਕੀਕ। ਭਾਈ ਜਿਹੜੇ ਨਿਰੰਕਾਰ ਦੇ ਮਾਰਗ ਦੇ ਉੱਤੇ ਦੱਸੇ ਹੋਏ ਰਾਸਤੇ ਦੇ ਉੱਤੇ ਚੱਲਦੇ ਨੇ, ਨਿਜ ਘਰ ਵੱਲ ਨੂੰ ਜਿਹੜਾ ਰਾਸਤਾ ਲੈ ਕੇ ਜਾਂਦਾ, ਭਾਵੇਂ ਬੜਾ ਕਠਿਨ ਹੈ, ਖੰਡਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਵਾਲਾ ਇਹ ਮਾਰਗ ਆ, ਬੜੇ ਸੁਚੇਤ ਹੋ ਕੇ ਚੱਲਦੇ ਨੇ, ਉਹੀ ਇੱਥੇ ਸਤਿਗੁਰ ਦੀ ਕਿਰਪਾ ਦੇ ਨਾਲ ਪਤ ਤੋਂ ਪਨੀਤ ਬਣ ਜਾਂਦੇ ਨੇ। ਉਹਦੇ ਸਾਰੇ ਪਾਪ ਖਤਮ ਹੋ ਕੇ ਨਿਰੰਕਾਰ ਜੀ ਉਹਨਾਂ ਨੂੰ ਬਹੁਤ ਪਵਿੱਤਰ ਬਣਾ ਦਿੰਦੇ ਹਨ। ਪੂਰੀ ਸੋਭਾ ਪੂਰਾ ਲੋਕੀਕ, ਸਾਰੇ ਸੰਸਾਰ ਦੇ ਵਿੱਚ ਬੜੀ ਉੱਚੀ ਸੋਭਾ ਤੇ ਬੜਾ ਉੱਚਾ ਮਾਣ ਪ੍ਰਾਪਤ ਕਰਦੇ ਹਨ। ਕਰਨ ਹਾਰ ਸਦ ਵਸੈ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਉਹ ਏਦੂ ਰੂਪ ਦੇ ਵਿੱਚ ਕਹਿੰਦੇ ਨੇ ਵੀ ਸਾਰੇ ਸੰਸਾਰ ਨੂੰ, ਕਹਿੰਦੇ ਜਿਹੜਾ ਇਹ ਸਭ ਕੁਝ ਕਰਨ ਹਾਰ ਵਾਹਿਗੁਰੂ ਨਿਰੰਕਾਰ ਜੀ ਹੈ, ਜਿਹੜੇ ਪਤੀ ਪ੍ਰਮਾਤਮਾ ਜੀ ਹਨ, ਜਿਹੜੇ ਸੰਸਾਰ ਦੇ ਪ੍ਰਤਪਾਲਕ ਹਨ, ਉਹ ਸਦਾ ਹੀ ਆਪਣੇ ਪਿਆਰੇ ਦੇ ਅੰਗ ਸੰਗ ਰਹਿੰਦੇ ਨੇ। ਕੱਲੇ ਸਿਰਫ ਆਪਣੇ ਪਿਆਰੇ ਦੇ ਨਹੀਂ, ਸਾਰਿਆਂ ਦੇ ਅੰਗ ਸੰਗ ਸਤਿਗੁਰ ਜੀ ਰਹਿ ਰਹੇ ਨੇ, ਸਾਰਿਆਂ ਦੇ ਅੰਗ ਸੰਗ ਉਹ ਅਕਾਲ ਪੁਰਖ ਜੀ ਰਹਿ ਰਹੇ ਹਨ। ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਮੋਹਰ ਲਾ ਕੇ ਕਹਿੰਦੇ ਨੇ, ਇਸ ਕਾਰਨ ਕਰਕੇ ਮੇਰਾ ਪੂਰਾ ਸਤਿਗੁਰੂ ਹੈ, ਜਿਸ ਦੇ ਗਿਆਨ, ਜਿਸ ਦੇ ਨਾਮ ਦੀ ਕਿਰਪਾ ਦੇ ਨਾਲ ਇਹ ਸਾਰੀਆਂ ਦਾਤਾਂ ਸਾਨੂੰ ਪ੍ਰਾਪਤ ਹੋਈਆਂ। ਗੌੜੀ ਮਹਲਾ ਪੰਜਵਾਂ, ਸੰਤ ਕੀ ਤੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਜਿੱਥੇ ਦੀ ਮਨ ਇਹਦੂ ਚੀਜ਼ ਨੂੰ ਆਵਾਜ਼ ਦੇ ਰਿਹਾ, ਇੱਥੇ ਸੰਤ ਨਿਰੰਕਾਰ ਵਾਹਿਗੁਰੂ ਨੂੰ ਪਹਿਲੇ ਕੁਝ ਤੁਕਾਂ ਦੇ ਵਿੱਚ ਮਹਾਰਾਜ ਨੇ ਉਹਨਾਂ ਨੂੰ ਆਖਿਆ ਹੈ। ਕਹਿੰਦੇ ਸੰਤ ਕੀ ਧੂਰ ਮਿਟੇ ਅਗ ਕੋਟ, ਜਿਹੜਾ ਨਿਰੰਕਾਰ ਵਾਹਿਗੁਰੂ ਹੈ, ਜਿਹਦੇ ਚਰਨਾਂ ਦੇ ਵਿੱਚ ਅਸੀਂ ਆਣ ਕੇ ਜਦੋਂ ਨਮਸਕਾਰ ਕਰਦੇ ਹਾਂ, ਧੂੜੀ ਸਾਡੇ ਮੱਥੇ ਨੂੰ ਲੱਗਦੀ ਹੈ, ਉਹਦੀ ਕਿਰਪਾ ਦੇ ਨਾਲ ਬੇਅੰਤ ਕਰੋੜਾਂ ਹੀ ਸਾਡੇ ਜਿਹੜੇ ਪਾਪ ਨੇ ਉਹ ਖਤਮ ਹੋ ਜਾਂਦੇ ਨੇ, ਅਗ ਪਾਪ ਮਿਟ ਜਾਂਦੇ ਹਨ। ਸੰਤ ਪ੍ਰਸਾਦ ਮਰਨ ਜਨਮ ਮਰਨ ਤੇ ਛੋਟ, ਕਹਿੰਦੇ ਉਹਦੀ ਕਿਰਪਾ ਦੇ ਨਾਲ ਸਾਡਾ ਜਨਮ ਤੇ ਮਰਨ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ। ਸੰਤ ਕਾ ਦਰਸ ਪੂਰਨ ਇਸਨਾਨ, ਸੰਤ ਕਿਰਪਾ ਤੇ ਜਪੀਐ ਨਾਮ। ਉਸ ਦੇ ਨਾਮ ਦੀ ਕਿਰਪਾ ਦਾ ਨਾਮ ਸਦਕਾ ਅਸੀਂ ਸਾਰੇ ਤੀਰਥਾਂ ਤੇ ਇਸ਼ਨਾਨ ਘਰ ਬੈਠੇ ਹੀ ਕਰ ਲੈਂਦੇ ਹਾਂ, ਤੇ ਉਸ ਨਿਰੰਕਾਰ ਦੀ ਕਿਰਪਾ ਦੇ ਨਾਲ ਹੀ ਇਹ ਭਾਈ ਨਾਮ ਜਪਿਆ ਜਾਂਦਾ ਸੰਸਾਰ ਦੇ ਉੱਤੇ। ਜੇ ਕੋਈ ਕਹੇ ਮੈਂ ਹੱਟ ਕਰਕੇ ਜਪ ਨੂੰ ਨਹੀਂ ਜਪਿਆ ਜਾਂਦਾ, ਵਾਹਿਗੁਰੂ ਨਿਰੰਕਾਰ ਜੀ ਕਿਰਪਾ ਕਰਨਗੇ ਤਾਂ ਹੀ ਅਸੀਂ ਬੰਦਗੀ ਦੇ ਵਿੱਚ, ਤਾਂ ਹੀ ਵਿਰਲੇ ਮਹਾਰਾਜ ਨੇ ਵਾਰ-ਵਾਰ ਉਹਨਾਂ ਨੂੰ ਆਖਿਆ ਜਿਹੜੇ ਉਹਦੀ ਕਿਰਪਾ ਦੇ ਨਾਲ ਨਾਮ ਜਪਦੇ ਹਨ। ਰਹਾਉ ਸੰਤ ਕੇ ਸੰਗ ਮਿਟਿਆ ਹੰਕਾਰ,
ਦ੍ਰਿਸ਼ਟ ਆਵੈ ਸਭ ਏਕ ਓੰਕਾਰ। ਉਸ ਨਿਰੰਕਾਰ ਦੀ ਕਿਰਪਾ ਦੇ ਨਾਲ ਜੀਵ ਦੇ ਅੰਦਰੋਂ ਜਦੋਂ ਨਾਮ ਜਪਦਾ ਹੈ, ਮਿਹਰਬਾਨ ਦਇਆਲੂ ਕਿਰਪਾਲੂ ਕਿਰਪਾ ਕਰਦੇ ਨੇ, ਨਾਮ ਪ੍ਰਗਟ ਕਰਦੇ ਨੇ, ਉਹਦੇ ਅੰਦਰੋਂ ਸਾਰਾ ਹੰਕਾਰ ਮਿਟ ਜਾਂਦਾ ਹੈ। ਇਹ ਹੰਕਾਰ ਦੂਰ ਚਲ ਜਾਂਦਾ। ਦ੍ਰਿਸ਼ਟ ਆਵੇ ਸਭ ਏਕ ਓੰਕਾਰ। ਫਿਰ ਉਸ ਨੂੰ ਇਦਾਂ ਅਨੁਭਵ ਹੁੰਦਾ। ਹੁਣ ਕਿਹੜੇ ਸੰਤ ਦੀ ਗੱਲ ਕਰਦੇ ਨੇ? ਜਿਹੜੇ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਜਪ ਕੀਤਾ, ਤਪ ਕੀਤਾ, ਨਿਰੰਕਾਰ ਨੂੰ ਪ੍ਰਵਾਨ ਹੋ ਗਿਆ, ਕਹਿੰਦੇ ਨੇ ਉਸ ਨੂੰ ਫਿਰ ਹਰ ਵਸਤੂ ਦੇ ਵਿੱਚ ਉਹ ਇੱਕ ਅਕਾਲ ਪੁਰਖ ਨਿਰੰਕਾਰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਸੰਤ ਸੋ ਪ੍ਰਸੰਨ ਆਏ ਵਸ ਪੰਚਾ, ਅੰਮ੍ਰਿਤ ਨਾਮ ਹਿਰਦੈ ਲੈ ਸੰਚਾ। ਉਹੀ ਸੰਤ ਵਾਹਿਗੁਰੂ ਨਿਰੰਕਾਰ ਨੂੰ ਸੋਹਣਾ ਲੱਗਿਆ, ਪ੍ਰਵਾਨ ਹੋਇਆ, ਜਿਸ ਨੇ ਪੰਜਾਂ ਨੂੰ, ਕਾਮ ਕ੍ਰੋਧ ਰੋਹ ਮੋਹ ਹੰਕਾਰ ਨੂੰ, ਵੱਡੇ ਠੱਗਾਂ ਨੂੰ, ਚੋਰਾਂ ਨੂੰ ਕਾਬੂ ਕਰ ਲਿਆ। ਤਿਸ ਭੇਟੇ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ। ਜਿਹੜਾ ਨਾਮ ਹੈ ਅੰਦਰੋਂ ਪ੍ਰਗਟ ਹੋਇਆ, ਅੰਮ੍ਰਿਤ ਵਰਗਾ, ਜਿਹੜਾ ਸਦਾ ਅਮਰ ਰਹਿਣ ਵਾਲਾ ਹੈ, ਅੰਮ੍ਰਿਤ ਦੀ ਦਾਤ ਦੇ ਰਿਹਾ, ਅੰਮ੍ਰਿਤ ਛਕਾ ਰਿਹਾ ਹੈ, ਉਸ ਨੂੰ ਬਹੁਤ ਉਸਨੇ ਸੰਚਾ, ਬੜਾ ਉਹ ਧਨ ਵਾਹਿਗੁਰੂ ਦੇ ਨਾਮ ਦਾ, ਸਤਿਗੁਰ ਦੀ ਬੰਦਗੀ ਦਾ ਇਕੱਠਾ ਕਰ ਲਿਆ। ਕਹੋ ਨਾਨਕ ਜਾ ਕਾ ਪੂਰਾ ਕਰਮ, ਤਿਸ ਭੇਟੈ ਸਾਧੂ ਕੇ ਚਰਨ। ਵਾਹਿਗੁਰੂ ਜੀ ਕਹਿੰਦੇ ਨੇ ਵੀ ਜਿਹੜੇ ਜੀਵ ਨੇ ਇੱਥੇ ਪੂਰੇ ਕਰਮ ਕਰਨੇ ਸ਼ੁਰੂ ਕਰ ਦਿੱਤੇ, ਜਿਹੜੇ ਕੰਮ ਇੱਥੇ, ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਕਰਮ ਹੁੰਦੇ ਨੇ ਜਦੋਂ ਅਸੀਂ ਇਦੋਂ ਸੰਸਾਰ ਦੇ ਉੱਤੇ ਹੋਸ਼ ਸੰਭਾਲਦੇ ਹਾਂ, ਜੋ ਆਪਾਂ ਕਰਦੇ ਹਾਂ ਉਹ ਕਰਮ ਨੇ ਬਣਦੇ। ਉਹ ਪ੍ਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਹੁੰਦੇ ਨੇ। ਸਾਡੇ ਕੀਤੇ ਹੋਏ ਚੰਗੇ ਕੰਮ, ਇੱਥੇ ਭੈੜੇ ਕੰਮ, ਉਹ ਦੇਖ ਕੇ ਸਾਨੂੰ ਰਾਹ ਤੋਂ ਬੇਰਾਹ ਕਰਦੇ ਨੇ। ਸੋ ਜਿਹੜੇ ਚੰਗੇ ਕੰਮ ਅਸੀਂ ਕਰਦੇ ਹਾਂ ਉਹ ਪ੍ਰਮਾਤਮਾ ਨੂੰ ਚੰਗੇ ਲੱਗਦੇ ਨੇ। ਇਹਨੂੰ ਕਿਹਾ ਗਿਆ ਹੈ ਕਰਮ। ਤੇ ਕਹਿੰਦੇ ਕਰਮ ਉਹ ਕਿਹੜੇ ਨੇ? ਤਿਸ ਭੇਟੇ ਸਾਧੂ ਪਹਿਚਾਨ। ਉਹ ਕਰਮ ਉਦੋਂ ਸੱਚੇ ਤੇ ਉੱਚੇ ਬਣਦੇ ਨੇ ਜਿਸ ਨੇ ਸਤਿਗੁਰ ਦੇ ਬਖਸ਼ੇ ਹੋਇਆਂ ਦੀ ਸੰਗਤ ਦੇ ਵਿੱਚ ਬੈਠ ਕੇ ਨਾਮ ਰੂਪੀ ਜਪ ਕੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਵਡਿਆਈ ਕਰਨ ਦਾ ਮਾਰਗ ਚੁਣ ਲਿਆ। ਗੌੜੀ ਮਹਲਾ ਪੰਜਵਾਂ। ਹਰ ਗੁਣ ਜਪਤ ਕਮਲ ਪਰਗਾਸੈ, ਹਰ ਸਿਮਰਤ ਤਰਾਸ ਸਭ ਨਾਸੈ। ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾਉਣ ਦੇ ਨਾਲ ਭਾਈ ਜਿਹੜਾ ਸਾਡਾ ਅੰਦਰ ਹੈ ਉਹ ਹਰ ਵੇਲੇ ਆਨੰਦ ਦੇ ਵਿੱਚ ਆ ਜਾਂਦਾ, ਖਿੜਿਆ ਕਮਲ ਦੇ ਫੁੱਲ ਵਾਂਗੂ ਖਿੜਿਆ ਰਹਿੰਦਾ ਹੈ। ਹਰ ਸਿਮਰਤ ਤਰਾਸ ਸਭ ਨਾਸੇ। ਕਹਿੰਦੇ ਉਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਸਿਮਰਨ ਕਰਨ ਦੇ ਨਾਲ ਸਾਰੇ ਡਰ ਨਸ ਜਾਂਦੇ ਹਨ। ਸਾਮਤ ਪੂਰੀ ਜਿਤ ਹਰ ਗੁਣ ਗਾਵੈ, ਵੱਡੇ ਭਾਗ ਸਾਧੂ ਸੰਗ ਪਾਵੈ। ਉਹੀ ਸਿੱਖਿਆ ਪੂਰੀ ਹੈ ਭਾਈ ਸਾਹਿਬ, ਮਤ ਪੂਰੀ, ਉਹੀ ਸਿੱਖਿਆ ਪੂਰੀ ਹੈ ਜਿਹੜੀ ਸਿੱਖਿਆ ਦੇ ਰਾਹੀਂ ਅਸੀਂ ਪ੍ਰਮਾਤਮਾ ਦੇ ਗੁਣ ਗਾਈਏ, ਉਸ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਕਰੀਏ। ਵੱਡੇ ਭਾਗ ਸਾਧੂ ਸੰਗ ਪਾਵੇ। ਫਿਰ ਵੱਡੇ ਭਾਗਾਂ ਵਾਲਾ ਜੀਵਨ ਦੇ ਉੱਤੇ ਸੰਸਾਰ ਬਣ ਜਾਂਦਾ ਹੈ ਤੇ ਫਿਰ ਉਸ ਨੂੰ ਬਖਸ਼ਿਆ ਹੋਇਆਂ ਦੀ ਸੰਗਤ ਮਿਲ ਜਾਂਦੀ ਹੈ, ਜਿੱਥੇ ਉਹ ਬੈਠ ਕੇ ਉਹਨਾਂ ਦੇ ਕੋਲੋਂ ਗਿਆਨ ਲੈ ਕੇ ਨਿਰੰਕਾਰ ਦੇ ਮਾਰਗ ਦੇ ਉੱਤੇ ਤੁਰਦਾ, ਸਾਰਾ ਹੀਲਾ ਵਸੀਲਾ ਕਰਦਾ, ਉਹ ਮਾਰਗ ਦਾ ਗਿਆਨ ਹੋ ਜਾਂਦਾ। ਮਾਰਗ ਦੇ ਰਸਤੇ ਦਾ ਜਦੋਂ ਜਿਹਨੂੰ ਗਿਆਨ ਹੋ ਜਾਂਦਾ ਹੈ। ਰਹਾਉ ਸਾਧ ਸੰਗ ਪਾਈਐ ਨਿਦਨਾਮਾ, ਸਾਧ ਸੰਗ ਪੂਰਨ ਸਭ ਕਾਮਾ। ਇਸ ਤਰ੍ਹਾਂ ਦੀ ਬਖਸ਼ਿਆਂ ਦੀ ਸੰਗਤ ਦੇ ਵਿੱਚ ਹੀ ਸਾਨੂੰ ਨਾਮ ਦਾ ਖਜ਼ਾਨਾ ਭਾਈ ਪ੍ਰਾਪਤ ਹੁੰਦਾ ਹੈ। ਸਾਧ ਸੰਗ ਪੂਰਨ ਸਭ ਕਾਮਾ। ਕਹਿੰਦੇ ਇਸ ਤਰ੍ਹਾਂ ਜਿਸ ਨੇ ਸਾਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ, ਉਹਨਾਂ ਦੇ ਕੋਲੋਂ ਸਾਡਾ ਪ੍ਰੇਮ ਨਾਮ ਦੇ ਨਾਲ ਪੈ ਗਿਆ, ਉਹ ਅਸੀਂ ਸੰਗਤ ਦੇ ਆਸਰੇ ਦੇ ਨਾਲ ਸਾਡੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਹਰ ਕੀ ਭਗਤ ਜਨਮ ਪਰਵਾਣ, ਗੁਰ ਕਿਰਪਾ ਤੇ ਨਾਮ ਵਖਾਣ। ਗੁਰੂ ਨਿਰੰਕਾਰ ਦੀ ਭਗਤੀ ਕਰਨ ਦੇ ਨਾਲ ਇਹ ਜਨਮ ਸਤਿਗੁਰ ਨੂੰ ਪ੍ਰਵਾਨ ਹੋ ਜਾਂਦਾ ਹੈ। ਸਾਡਾ ਇੱਥੇ ਸਾਡਾ ਜਿਹੜਾ ਅਸੀਂ ਜੀਵਨ ਦੀ ਬਾਜੀ ਨੂੰ ਜਿੱਤ ਲੈਂਦੇ ਹਾਂ, ਸੰਸਾਰ ਦੇ ਉੱਤੇ ਆਉਣਾ ਸਾਡਾ ਸਫਲ ਹੋ ਜਾਂਦਾ ਹੈ। ਕਹਿੰਦਾ ਜਾ ਕੇ ਹਿਰਦੇ ਵਸੇ ਭਗਵਾਨ, ਜੇ ਗੁਰ ਕਿਰਪਾ ਤੇ ਨਾਮ ਵਿਖਾਣ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਉਸ ਨਾਮ ਨੂੰ ਪਹਿਚਾਨ ਲਿਆ ਔਰ ਉਸ ਦਾ ਕਥਨ ਕੀਤਾ। ਕਥਨ ਦਾ ਮਤਲਬ ਵੀ ਉਸ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਆਹ ਦਿਨ ਰਾਤ ਉਸ ਦੀ ਬੰਦਗੀ ਕੀਤੀ, ਪ੍ਰਮਾਤਮਾ ਦੀ ਵਡਿਆਈ ਕੀਤੀ। ਕਹੋ ਨਾਨਕ ਸੋ ਜਨ ਪਰਵਾਨ,
ਜਾ ਕੈ ਹਿਰਦੈ ਵਸੈ ਭਗਵਾਨ। ਨਿਰੰਕਾਰ ਜੀ ਕਹਿੰਦੇ ਨੇ ਉਹੀ ਸੰਸਾਰ ਦੇ ਉੱਤੇ ਜਨ ਸਤਿਗੁਰਾਂ ਨੂੰ ਪ੍ਰੀਤਮ ਨਿਰੰਕਾਰ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਜਾ ਕੇ ਹਿਰਦੇ ਵਸੇ ਭਗਵਾਨ, ਜਿਹਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਆਪਣੇ ਅੰਦਰੋਂ ਹੀ ਉਸ ਨੂੰ ਉਹਦੇ ਦਰਸ਼ਨ ਕਰ ਲਏ। ਗੌੜੀ ਮਹਲਾ ਪੰਜਵਾਂ। ਏਕਸ ਸਿਉ ਜਾ ਕਾ ਮਨ ਰਾਤਾ, ਵਿਸਰੀ ਤਿਸੇ ਪਰਾਈ ਤਾਤਾ। ਕਹਿੰਦੇ ਜੇ ਇਸ ਜੀਵ ਦਾ ਇੱਕ ਅਕਾਲ ਪੁਰਖ ਨਿਰੰਕਾਰ ਦੇ ਨਾਲ ਮਨ ਜੁੜ ਗਿਆ, ਮਨ ਟਿਕਾਓ ਦੇ ਵਿੱਚ ਆ ਗਿਆ, ਉਸ ਦੇ ਅੰਦਰੋਂ ਸਾਰੀਆਂ ਜਿਹੜੀਆਂ ਨਾ ਪਰਾਈ ਸਾਰੇ ਪਾਪ ਨੇ ਜਾਂ ਪਰਾਈ ਵਸਤੂਆਂ ਦਾ ਜਿਹੜਾ ਇੱਛਾ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ। ਕਿਰਪਾ ਕਰਿਓ ਇੱਕ ਮਿੰਟ, ਜਿਨ੍ਹਾਂ ਦੇ ਉੱਤੇ ਸਤਿਗੁਰਾਂ ਨੇ ਕਿਰਪਾ ਕੀਤੀ ਔਰ ਉਹ ਕਿਹੜੇ ਰੂਪ ਦੇ ਵਿੱਚ ਫਿਰ ਸੰਸਾਰ ਦੇ ਉੱਤੇ ਰਹੇ। ਕਈ ਵਾਰ ਇਸ ਤਰ੍ਹਾਂ ਦੇ ਜਿਹੜੇ ਜੀਵ ਹੁੰਦੇ ਨੇ ਭਾਈ, ਉਹਨਾਂ ਦੀ ਪਰਖ ਲੈਣ ਵਾਸਤੇ ਗੁਰੂ ਕੋਈ ਨਾ ਕੋਈ ਖੇਡ ਵਰਤਾਉਂਦਾ ਹੈ। ਤੇ ਮੈਂ ਇੱਕ ਛੋਟੀ ਜਿਹੀ ਬਚਨ ਆਪ ਜੀ ਦੇ ਨਾਲ ਸਾਂਝਾ ਕਰਾਂ, ਜਿਹਦੇ ਨਾਲ ਹੀ ਆਪ ਜੀ ਨੂੰ ਉਹ ਆਪ ਜੀ ਦਾ ਹੋਰ ਪਿਆਰ ਨਿਰੰਕਾਰ ਦੀ ਬਾਣੀ ਦੇ ਨਾਲ ਔਰ ਬੰਦਗੀ ਦੇ ਉੱਤੇ ਹੋਰ ਆਪ ਜੀ ਚੱਲਣ ਲਈ ਪ੍ਰੇਰਨਾ ਦਊਗਾ। ਇੱਕ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਆ ਹੋਇਆ ਜੀਵ ਮੈਂ, ਇਹ ਸੱਚੀ ਗੱਲ ਹੈ ਔਰ ਇਸ ਨੂੰ ਮੈਂ ਇਹ ਨਹੀਂ ਦੱਸਣਾ ਕਿ ਇਹਦੇ ਨਾਲ ਖੇਡ ਵਰਤਿਆ, ਕਾਰਨ ਕਿ ਤੁਸੀਂ ਸਿਆਣੇ ਹੋ ਔਰ ਇਹ ਪਹਿਚਾਣ ਜਾਓਗੇ। ਉਹ ਜਿਹੜਾ ਜੀਵ ਸੀ ਨਾ ਭਾਈ, ਉਹ ਆਪਣੇ ਘਰ ਆ ਗਿਆ, ਘਰ ਬੈਠਾ, ਮਾਂ ਬਾਪ ਵੀ ਉਹਦੇ ਘਰ ਨੇ, ਉਹਦੀ ਸਿੰਘਣੀ ਵੀ ਘਰੀ ਹੈ। ਤਾਂ ਉੱਥੇ ਇੱਕ ਨਾ ਤੁਸੀਂ ਦੇਖੇ ਹੋਣੇ ਨਾ, ਪਿੰਡਾਂ ਦੇ ਵਿੱਚ ਮੰਗਣ ਵਾਲੇ ਆਉਂਦੇ ਹੁੰਦੇ, ਜਿਨ੍ਹਾਂ ਦੇ ਸਿਰ ਦੇ ਉੱਤੇ ਮੋਰ ਦੇ ਖੰਭ ਟੰਗੇ ਹੁੰਦੇ ਆ ਤੇ ਪਿੱਛੇ ਪੂਛ ਲਾਈ ਹੁੰਦੀ। ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਹਨੂਮਾਨ ਦੀ ਔਲਾਦ ਹਾਂ। ਜੋਗੀ ਬੜਾ ਵੱਖਰਾ ਜਿਹਾ ਰੂਪ, ਭਿਆਨਕ ਜਿਹਾ ਬਣਾਇਆ ਹੁੰਦਾ, ਬੜੇ ਬੜੀਆਂ ਇਹਨਾਂ ਨੇ ਮੁੰਦਰਾਂ ਪਾਈਆਂ ਹੁੰਦੀਆਂ, ਹੱਥ ਦੇ ਵਿੱਚ ਇਹਨਾਂ ਦੇ ਘੰਟੀ ਫੜੀ ਹੁੰਦੀ ਹੈ ਔਰ ਇਹਨਾਂ ਦੇ ਬਹੁਤ ਵੱਡਾ ਜਾਣੀਆਂ ਮੰਗਤੇ ਹੁੰਦੇ ਨਾ, ਮੰਗਦੇ ਹੁੰਦੇ। ਇੱਕ ਘਰ ਦੇ ਵਿੱਚ ਜਿਸ ਵੇਲੇ ਉਹ ਆ ਗਿਆ ਨਾ, ਤੇ ਉਹ ਆਣ ਕੇ ਗੁਰਸਿੱਖ ਵੀਰ ਨੂੰ ਆਖਣ ਲੱਗਿਆ ਵੀ ਮੈਨੂੰ ਤੂੰ ਕੁਝ ਰੁਪਈਏ ਦੇ। ਉਹ ਆਖਣ ਲੱਗਾ ਕਿੰਨੇ ਚਾਹੀਦੇ ਤੈਨੂੰ ਰੁਪਈਏ? ਆਖਣ ਲੱਗਾ ਵੀ ਤੂੰ ਏਦਾਂ ਕਰ, ਮੈਨੂੰ ਨਾ 50 ਰੁਪਈਏ ਦੇ ਦੇ। ਤੇ ਉਹ ਕਹਿੰਦਾ ਵੀ ਮੈਂ ਕਿਉਂ ਦੇਵਾਂ ਤੈਨੂੰ 50 ਰੁਪਈਏ? ਤੇ ਕਹਿੰਦਾ ਵੀ ਇਸ ਕਾਰਨ ਕਰਕੇ ਕਿ ਇਹ 50 ਰੁਪਈਆਂ ਦੇ ਉੱਤੇ ਮੇਰਾ ਹੱਕ ਬਣਦਾ, ਮੈਂ ਮੰਗਤਾ ਆ, ਮੈਂ ਜੋਗੀ ਹਾਂ, ਮੈਂ ਆਪਣੇ ਵੱਡਿਆਂ ਵਡਿਆਰਿਆਂ ਦੇ ਉੱਤੇ ਕੋਲੋਂ ਸਿੱਖਿਆ ਹੈ ਕਿ ਮੇਰੇ ਵਿੱਚ ਬੜੀਆਂ ਸ਼ਕਤੀਆਂ ਨੇ। ਤੇ ਜਦੋਂ ਕਹਿੰਦਾ ਤੇਰੇ ਵਿੱਚ ਜਿਹੜੀਆਂ ਸ਼ਕਤੀਆਂ ਨੇ, ਤੂੰ ਸ਼ਕਤੀਆਂ ਦਿਖਾ ਵੀ ਸਕਦਾ? ਕਹਿੰਦਾ ਹਾਂ। ਕਹਿੰਦਾ ਦੇਖ, ਗੱਲ ਥੋੜੀ ਜਿਹੀ ਵੱਡੀ ਬਣ ਗਈ ਉਹਨਾਂ ਦੀ। ਤੇ ਉਹ ਗੁਰਸਿੱਖ ਨੂੰ ਆਖਣ ਲੱਗਾ ਤੂੰ ਦੇਖ, ਮੈਨੂੰ 50 ਰੁਪਈਏ ਦੇ ਦੇ, ਨਹੀਂ ਤਾਂ ਮੈਂ ਤੈਨੂੰ ਨਾ ਸਰਾਫ ਦੇ ਦਾਂਗਾ ਤੇ ਤੇਰੇ ਘਰ ਨੂੰ ਪੁੱਠਾ ਕਰ ਦਾਂਗਾ। ਮੈਂ ਇਸ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹਾਂ। ਤੇ ਉਹ ਆਖਣ ਲੱਗਾ ਵੀ ਇਹ ਤਾਂ ਵੀ ਭਾਈ ਸਾਡੇ ਧਰਮ ਦੇ ਅਨੁਕੂਲ ਨਹੀਂ ਹੈ, ਨਾ ਕਿਸੇ ਵੀ ਧਰਮ ਦੇ ਅਨੁਕੂਲ ਨਹੀਂ ਹੈ ਭਈ ਤੂੰ 50 ਰੁਪਈਆਂ ਦੇ ਖਾਤਰ ਵੱਡੇ ਵੱਡੇ ਮਕਾਨਾਂ ਨੂੰ ਪੁੱਠੇ ਕਰ ਦੇਵੇਂ। ਤੇ ਉਹ ਕਹਿੰਦਾ ਵੀ ਤੂੰ ਏਦਾਂ ਕਰੀ, ਮੈਂ ਕਿ ਮੇਰੀ ਇੱਕ ਗੱਲ ਸੁਣ ਭਈ, ਜੇ ਮੈਂ ਤੈਨੂੰ 100 ਰੁਪਈਆ ਦਊਂਗਾ, ਤੂੰ ਛੱਡ 50 ਰੁਪਈਏ ਵੀ, ਮੈਂ ਤੈਨੂੰ 100 ਰੁਪਈਆ ਦਊਂਗਾ ਭਈ ਜੋ ਤੂੰ ਕਹਿ ਰਿਹਾ ਉਹਨੂੰ ਪੂਰਾ ਕਰਕੇ ਦਿਖਾ ਦੇਵੇਂ। ਉਹ ਕਹਿੰਦਾ ਮੈਂ ਕਰ ਸਕਦਾ, ਮੇਰੇ ਵਿੱਚ ਤਾਕਤਾਂ, ਮੈਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਬੰਦਗੀ ਕਰ ਕਰਕੇ ਰਿੱਧੀਆਂ ਸਿੱਧੀਆਂ ਨੂੰ ਕਾਬੂ ਕੀਤਾ ਹੋਇਆ। ਉਹ ਆਖਣ ਲੱਗਾ ਚੱਲ ਤੂੰ ਏਦਾਂ ਕਰ, ਘਰ ਤਾਂ ਬਹੁਤ ਵੱਡੀ ਚੀਜ਼ ਆ, ਤੂੰ ਇੱਕ ਹੋਰ ਕੋਈ ਚੀਜ਼ ਮੈਂ ਤੇਰੇ ਸਾਹਮਣੇ ਰੱਖ ਦੇਣਾ, ਉਹ ਹੀ ਸਿੱਧੀ ਕਰ ਦੇ। ਕਹਿੰਦਾ ਠੀਕ ਹੈ। ਉਹ ਅੰਦਰ ਗਿਆ, ਜਾ ਕੇ ਪਤੀਲਾ ਲੈ ਆਇਆ, ਉਹ ਲਿਆ ਕੇ ਉਹਨੇ ਜੋਗੀ ਦੇ ਮੂਹਰੇ ਰੱਖ ਦਿੱਤਾ, ਪਤੀਲਾ ਪੁੱਠਾ। ਕਹਿੰਦਾ ਜੋਗੀ ਆ ਲੈ 100 ਰੁਪਈਆ, ਆ ਮੇਰੇ ਹੱਥ ਦੇ ਵਿੱਚ, ਤੂੰ ਇਹ ਪਤੀਲਾ ਹੀ ਸਿੱਧਾ ਕਰ ਦੇ। ਬੜਾ ਜ਼ੋਰ ਲਾਇਆ ਉਹਨੇ, ਬੜਾ ਜ਼ੋਰ ਲਾਇਆ, ਪਤੀਲਾ ਕਿੱਥੇ ਸਿੱਧਾ ਹੋਣਾ ਸੀ? ਇਹ ਤਾਂ ਪਖੰਡ ਨੇ ਸਾਰੇ, ਇਹ ਤਾਂ ਜਾਣ ਕੇ ਲੋਕਾਂ ਨੂੰ ਡਰਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ। ਜਦੋਂ ਪਤੀਲਾ ਸਿੱਧਾ ਨਾ ਹੋਇਆ, ਉਹ ਗੁਰਸਿੱਖ ਆਖਣ ਲੱਗਾ, ਕਹਿੰਦਾ ਜੋਗੀ ਜੋ ਤੂੰ ਕਰ ਰਿਹਾ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਨਹੀਂ ਹੈ। ਤੇ ਯਕੀਨ ਕਰਕੇ ਜਾਣੀ, ਜਿਸ ਧਰਮ ਨੂੰ, ਜਿਸ ਤੱਤ ਨੂੰ ਤੂੰ, ਜਿਸ ਯੋਗ ਮਤ ਨੂੰ ਤੂੰ ਮੰਨਣਾ, ਉਹਦੇ ਵੀ ਅਨੁਕੂਲ ਨਹੀਂ ਹੈ। ਇਹ ਛੱਡ ਦੇ, ਇੱਥੇ ਵਾਅਦਾ ਕਰ ਮੇਰੇ ਨਾਲ ਬਈ ਅੱਜ ਤੋਂ ਲੈ ਕੇ ਤੂੰ ਇਹ ਛਲ ਬਲ ਨਹੀਂ ਕਰੇਗਾ। ਦੇਖ ਤੂੰ ਹੱਟਾ ਕੱਟਾ ਹੈ, ਆਪਣੇ ਸਰੀਰ ਵੱਲ ਦੇਖ, ਤੇਰੀਆਂ ਬਾਹਾਂ ਦੇ ਵਿੱਚ ਇੰਨਾ ਜ਼ੋਰ ਹੈ, ਕਿਉਂ ਨਹੀਂ ਤੂੰ ਕਮਾ ਕੇ ਖਾਂਦਾ? ਕਿਹੜੇ ਰੂਪ ਦੇ ਵਿੱਚ? ਜੇ ਤੂੰ
ਤੇ ਲੰਗਾ ਲੂਲਾ ਹੋਵੇਂ ਜਾਂ ਤੇਰੇ ਹੋਰ ਕੋਈ ਅੰਗ ਦੇ ਵਿੱਚ ਨੁਕਸ ਹੋਵੇ, ਤੂੰ ਮੰਗਦਾ ਚੰਗਾ ਲੱਗਦਾ, ਪਰ ਇਹ ਕੰਮ ਕਰਦਾ ਤੂੰ ਚੰਗਾ ਨਹੀਂ ਲੱਗਦਾ। ਇੱਥੇ ਮਨ ਉਹ ਵੀ ਅਨੁਭਵ ਕਰ ਲਿਆ ਵੀ ਇਹ ਕਿਸੇ ਵੱਡੇ ਪੀਰ ਦਾ ਹੀ ਚੇਲਾ ਲੱਗਦਾ, ਤੇ ਉਹ ਪੁੱਛਣ ਲੱਗਦਾ, ਕਹਿੰਦਾ ਤੂੰ ਕਿਹਨੂੰ ਮੰਨਦਾ? ਆਖਣ ਲੱਗਾ ਵੀ ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ, ਨਿਰੰਕਾਰ ਨੂੰ, ਇੱਕ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ। ਉਹ ਆਖਣ ਲੱਗਾ ਚੰਗਾ ਵੀ ਮੈਂ ਤੇਰੇ ਉਸ ਪ੍ਰਮਾਤਮਾ ਵਰਗੇ ਵਾਹਿਗੁਰੂ ਨੂੰ ਜਿਹੜਾ ਨਿਰੰਕਾਰ ਹੈ ਉਹਦੀ ਅੱਜ ਤੋਂ ਕਸਮ ਖਾਨਾ ਵੀ ਮੈਂ ਇਹ ਸਭ ਕੁਝ ਇੱਥੋਂ ਹੀ ਛੱਡ ਕੇ ਜਾਵਾਂਗਾ। ਤੇ ਉਸਨੇ 100 ਰੁਪਇਆ ਦੇ ਦਿੱਤਾ। ਭਾਈ ਇਸ ਤਰ੍ਹਾਂ ਜਿਹੜੇ ਨੇ ਜਿਨ੍ਹਾਂ ਨੇ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਮਨ ਲਾ ਲਿਆ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਕਹਿੰਦੇ ਉਹਨਾਂ ਨੂੰ ਪਰਾਈ ਜਿਹੜੀ ਕਿਸੇ ਤਰ੍ਹਾਂ ਦਾ ਵੀ ਪਰਾਈ ਤੱਤ ਯਾਨੀ ਕਿ ਕੋਈ ਉਸ ਤਰ੍ਹਾਂ ਦੀ ਬੇਇੱਜ਼ਤੀ ਕਰ ਦੇਵੇ, ਤੱਤੇ ਨਹੀਂ ਹੁੰਦੇ, ਉਹ ਇੱਕ ਸਮ ਰਹਿੰਦੇ ਨੇ। ਸਗਾ ਉਸਨੇ ਜੀਵਨ ਬਦਲ ਦਿੱਤਾ। ਉਸ ਸਗਾ ਉਹਦੇ ਉੱਤੇ ਗੁੱਸਾ ਨਹੀਂ ਆਇਆ ਜੋਗੀ ਦੇ ਉੱਤੇ ਵੀ ਕਹਿੰਦਾ ਮੈਂ ਤੇਰਾ ਘਰ ਪੁੱਠਾ ਕਰ ਦੂੰਗਾ, ਪਰ ਉਸ ਨੂੰ ਸਮਝਾ ਕੇ ਉਹਨੂੰ ਸਹੀ ਪਾਸੇ ਤੋਰ ਕੇ ਤੇ ਉਸ ਨੂੰ 100 ਰੁਪਇਆ ਦੇ ਦਿੱਤਾ। ਬਿਨ ਗੋਬਿੰਦ ਨ ਦੀਸੈ ਕੋਈ, ਕਰਨ ਕਰਾਵਣ ਕਰਤਾ ਸੋਈ। ਨਿਰੰਕਾਰ ਸੱਚੇ ਪਾਤਸ਼ਾਹ ਵੀ ਤਾਂ ਹੀ ਇਸੇ ਆਪਾਂ ਨੂੰ ਕਹਿੰਦੇ ਨੇ ਵੀ ਉਹ ਗੋਬਿੰਦ ਜਿਹੜਾ ਧਰਤੀ ਦਾ ਮਾਲਕ ਹੈ, ਧਰਤੀ ਦਾ ਪ੍ਰਤਪਾਲਕ ਹੈ, ਪਾਲਣਹਾਰ ਹੈ, ਉਹ ਤੋਂ ਬਗੈਰ ਜਿਹੜੇ ਉਹਦੇ ਪਿਆਰੇ ਨੇ ਜਿਨ੍ਹਾਂ ਦੇ ਉੱਤੇ ਨਿਰੰਕਾਰ ਦੀ ਕਿਰਪਾ, ਉਹਨਾਂ ਨੂੰ ਹੋਰ ਕੋਈ ਨਹੀਂ ਦੱਸਦਾ। ਤੇ ਅੰਦਰ ਉਹਨਾਂ ਨੇ ਧਾਰਨ ਕਰਕੇ ਦੇਖਿਆ ਵੀ ਜੋ ਕੁਝ ਇਸ ਸੰਸਾਰ ਦੇ ਉੱਤੇ ਹੋ ਰਿਹਾ ਇਹ ਸਭ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਰਹਾਉ ਮਨੇ ਕਮਾਵੇ ਮੁਖ ਹਰ ਹਰ ਬੋਲੇ, ਸੋ ਜਨ ਇਤ ਉਤ ਕਤਹਿ ਨਾ ਡੋਲੇ। ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਸ਼ਬਦ ਦੇ ਰੂਪੀ ਸ਼ਬਦ ਨੂੰ ਕਮਾ ਰਿਹਾ ਉਹ ਜੀਵ, ਸਤਿਗੁਰ ਦਾ ਪਿਆਰਾ ਉਹ ਸ਼ਬਦ ਕਮਾ ਰਿਹਾ ਤੇ ਮੂੰਹ ਦੇ ਉੱਤੋਂ ਵਾਹਿਗੁਰੂ ਵਾਹਿਗੁਰੂ ਬੋਲੀ ਜਾ ਰਿਹਾ। ਕਹਿੰਦੇ ਹੋਰ ਕੁਝ ਬੋਲਦਾ ਹੀ ਨਹੀਂ, ਉਸ ਨੂੰ ਨਾ ਗੁੱਸਾ ਆਉਂਦਾ ਨਾ ਹੀ ਉਸ ਨੂੰ ਕੋਈ ਖੁਸ਼ੀ ਵੇਲੇ ਏਦਾਂ ਵੀ ਬਹੁਤਾ ਆਨੰਦ ਆਉਂਦਾ। ਕਹਿੰਦੇ ਜੋ ਜਨ ਇਤ ਸੋ ਜਨ ਇਤ ਉਤ ਕਤੇ ਨਾ ਡੋਲੇ। ਜਿਹੜੇ ਇਦਾਂ ਦੇ ਪ੍ਰਮਾਤਮਾ ਦੇ ਬਖਸ਼ੇ ਹੋਏ ਨੇ ਸਾਧੂ ਸੰਤ ਨੇ, ਉਹ ਕਹਿੰਦੇ ਕਦੀ ਵੀ ਡੋਲਦੇ ਨਹੀਂ, ਭਟਕਦੇ ਨਹੀਂ ਕਿ ਕੋਈ ਚੀਜ਼ ਜਾਣ, ਉਹ ਜਿਹੜੇ ਮਾਇਆ ਦੇ ਪਦਾਰਥ ਉਹਨਾਂ ਵਾਸਤੇ ਭਟਕਦੇ ਨਹੀਂ ਹਨ। ਜਾ ਕੈ ਹਰ ਤਨ ਸੋ ਸੱਚ ਸਾਹੋ, ਗੁਰ ਪੂਰੈ ਕਰ ਦੀਨੋ ਵਿਸਾਹੋ। ਜਿਨ੍ਹਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦਾ ਧਨ ਮਿਲ ਗਿਆ, ਉਹੋ ਹੀ ਪੂਰੇ ਸ਼ਾਹੂਕਾਰ ਨੇ ਇਸ ਸੰਸਾਰ ਦੇ ਉੱਤੇ। ਗੁਰ ਪੂਰੇ ਕਰ ਦੀਨੋ ਵਿਸਾਹੋ, ਉਹਨਾਂ ਨੇ ਕਿਰਪਾ ਕੀਤੀ ਗੁਰੂ ਦੇ ਉੱਤੇ, ਸੰਪੂਰਨ ਨਿਰੰਕਾਰ ਦੀ ਕਿਰਪਾ ਦੇ ਨਾਲ ਪੂਰੇ ਗੁਰੂ ਦੇ ਉੱਤੇ ਵਿਸਾਹ ਭਰੋਸਾ ਕਰਕੇ ਦ੍ਰਿੜ ਹੋ ਗਏ ਤੇ ਨਿਰੰਕਾਰ ਦੇ ਹੁਕਮ ਤੋਂ ਬਗੈਰ ਕੋਈ ਵੀ ਬਾਤ ਪੱਤਾ ਵੀ ਨਹੀਂ ਹਿਲਦਾ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਉਹਨਾਂ ਨੂੰ ਜੀਵਨ ਦਾ ਦਾਤਾ ਮਿਲ ਗਿਆ ਭਾਈ, ਉਹਨਾਂ ਨੂੰ ਵਾਹਿਗੁਰੂ ਪ੍ਰਮਾਤਮਾ ਨਿਰੰਕਾਰ ਜੀ ਮਿਲ ਗਏ। ਕਹੋ ਨਾਨਕ ਪਰਮ ਪਦ ਪਾਇਆ। ਇਸ ਤਰ੍ਹਾਂ ਦੇ ਸੰਸਾਰ ਦੇ ਉੱਤੇ ਜਿਹੜੇ ਜੀਵ ਨੇ ਵੇਲੇ ਨੇ, ਉਹ ਪਰਮ ਪਦ ਵਿੱਚ ਆਤਮਾ ਨੂੰ ਜਿੱਤ ਕੇ, ਆਤਮਾ ਨੂੰ ਉਹ ਕਹਿੰਦੇ ਨੇ ਆਤਮਾ ਨੂੰ ਨਿਰਮਲ ਕਰਕੇ ਇੱਥੇ ਸੰਸਾਰ ਦੇ ਉੱਤੇ ਜੀਵਨ ਦੀ ਬਾਜੀ ਨੂੰ ਜਿੱਤ ਲੈਂਦੇ ਹਨ। ਗੌੜੀ ਮਹੱਲਾ ਪੰਜਵਾਂ। ਨਾਮ ਭਗਤ ਕੈ ਪ੍ਰਾਣ ਆਧਾਰ, ਨਾਮੋ ਧਨ ਨਾਮੋ ਵਿਵਹਾਰ। ਜਿਹੜੇ ਨਿਰੰਕਾਰ ਦੇ ਪਿਆਰੇ ਭਗਤ ਹਨ, ਬੰਦਗੀ ਕਰਨ ਵਾਲੇ ਨੇ, ਕਹਿੰਦੇ ਉਹਨਾਂ ਨੂੰ ਸਿਰਫ ਤਾਂ ਸਿਰਫ ਨਾਮ ਹੀ ਹੈ ਜਿਹੜਾ ਹੈ ਉਹ ਬਹੁਤ ਪਿਆਰਾ ਲੱਗਦਾ, ਤੇ ਨਾਮ ਹੀ ਉਹਨਾਂ ਦਾ ਸਹਾਰਾ ਹੈ, ਆਸਰਾ ਹੈ। ਨਾਮ ਧਨ ਨਾਮੋ ਵਿਵਹਾਰ, ਉਹ ਨਾਮ ਦੇ ਨਿਰੰਕਾਰ ਦੇ ਵਾਹਿਗੁਰੂ ਦੇ ਨਾਮ ਦੀ ਹੀ ਭਗਤੀ ਕਰਦੇ ਨੇ ਤੇ ਨਾਮ ਦਾ ਹੀ ਧਨ ਇਕੱਠਾ ਕਰਦੇ ਹਨ। ਨਾਮ ਵਡਾਈ ਜਨ ਸੋਭਾ ਪਾਏ, ਕਰ ਕਿਰਪਾ ਜਿਸ ਆਪ ਦਿਵਾਏ। ਉਹਨਾਂ ਦੀ ਵਡਿਆਈ ਸੰਸਾਰ ਦੇ ਉੱਤੇ ਕਾਹਦੇ ਵਾਸਤੇ ਹੁੰਦੀ? ਕਿਉਂਕਿ ਉਹ ਨਾਮ ਦੇ ਨਾਲ ਜੁੜੇ ਹੋਏ ਨੇ, ਪੂਰਨ ਤੌਰ ਦੇ ਉੱਤੇ ਨਾਮ ਦੇ ਵਿੱਚ ਰੰਗੇ ਹੋਏ ਨੇ, ਪੂਰਨ ਭਰੋਸਾ ਉਹਨਾਂ ਦਾ ਨਾਮ ਦੇ ਉੱਤੇ ਹੁੰਦਾ ਹੈ। ਕਹਿੰਦੇ ਉਹ ਨਿਰੰਕਾਰ ਵਾਹਿਗੁਰੂ ਜਿਹਦੇ ਉੱਤੇ ਕਿਰਪਾ ਕਰਦਾ, ਉਸ ਨੂੰ ਇਹ ਨਾਮ ਪ੍ਰਾਪਤ ਹੁੰਦਾ ਹੈ। ਰਹਾਉ ਨਾਮ ਭਗਤ ਕੈ ਸੁਖ ਅਸਥਾਨ, ਨਾਮ ਰਤ ਸੋ ਭਗਤ ਪਰਵਾਨ। ਜਿੱਥੇ ਭਗਤ ਬੈਠ ਕੇ ਬੰਦਗੀ ਕਰਦੇ ਨੇ, ਕਹਿੰਦੇ ਉਹ ਬੜਾ ਸੁਖਾਂ ਵਾਲਾ ਸਥਾਨ, ਆਨੰਦ ਵਾਲਾ ਸਥਾਨ
ਹੋ ਜਾਂਦਾ, ਉੱਥੇ ਬੜੀ ਸ਼ਾਂਤੀ ਹੁੰਦੀ ਹੈ। ਉਹ ਸਥਾਨ ਜਿਹੜਾ ਪੂਜਨੀਕ ਬਣ ਜਾਂਦਾ ਹੈ। ਨਾਮ ਰਤ ਸੋ ਭਗਤ ਪ੍ਰਵਾਨ, ਜਿਹੜੇ ਨਾਮ ਦੇ ਵਿੱਚ ਰਤੇ ਹੋਏ ਨੇ, ਰਤ ਦਾ ਮਤਲਬ ਹੈ ਰਤੇ ਰੰਗੇ ਹੋਏ ਨੇ, ਜਿਹੜੇ ਸੱਚਮੁੱਚ ਹੀ ਨਿਰੰਕਾਰ ਦੇ ਨਾਮ ਦੇ ਨਾਲ ਅਤੁੱਟ ਪ੍ਰੀਤੀ ਪਾ ਕੇ ਬੈਠੇ ਹੋਏ ਨੇ। ਵਾਹਿਗੁਰੂ ਕਹਿੰਦੇ ਨੇ ਉਹੀ ਉਹਨਾਂ ਨਿਰੰਕਾਰ ਅਕਾਲ ਪੁਰਖ ਨੂੰ ਉਹਨਾਂ ਦੀ ਭਗਤੀ ਪ੍ਰਵਾਨ ਹੁੰਦੀ ਹੈ। ਹਰ ਕਾ ਨਾਮ ਜਨ ਕੋ ਤਾਰੈ, ਸਾਸ ਸਾਸ ਜਨ ਨਾਮ ਸਮਾਰੈ। ਜਿਸ ਤਰ੍ਹਾਂ ਰਾਜੇ ਜਨਕ ਨੂੰ ਇਦੋਂ ਸੰਸਾਰ ਦੇ ਉੱਤੋਂ ਮੁਕਤੀ ਪ੍ਰਾਪਤ ਹੋਈ, ਉਹ ਨਾਮ ਦੇ ਆਸਰੇ ਦੇ ਨਾਲ ਹਰ ਕਾ ਨਾਮ ਜਨਕ ਉਧਾਰੇ। ਜਨਕ ਨੂੰ ਵੀ ਉਹ ਨਾਮ ਨੇ ਹੀ ਇਦੋਂ ਸੰਸਾਰ ਦੇ ਉੱਤੋਂ ਮੁਕਤੀ ਦਾ ਪਦਾਰਥ ਦਿੱਤਾ। ਜੀਵ ਸੰਸਾਰ ਦੇ ਬੰਦਿਆ, ਤੂੰ ਵੀ ਸਾਸ ਸਾਸ ਜਨ ਨਾਮ ਸਮਾਰੇ, ਤੂੰ ਵੀ ਉਹ ਜਨ ਬਣ ਕੇ ਉਸ ਸਾਸ ਸਾਸ ਸਿਮਰੋ ਗੋਬਿੰਦ ਵਾਲੀ ਵਿਰਤੀ ਨੂੰ ਬਣਾ ਲੈ। ਕਹੋ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾ ਕਾ ਮਨ ਲਾਗ। ਜਿਨ੍ਹਾਂ ਦੇ ਪੂਰੇ ਭਾਗ ਉਜੜ ਆਉਂਦੇ ਨੇ, ਉਹੀ ਹੀ ਜਿਨ੍ਹਾਂ ਦੇ ਮਸਤਕ ਦੇ ਲੇਖ ਤੇ ਭਾਗ ਜਿਹੜੇ ਨੇ ਉਹ ਉਗਰ ਆਉਂਦੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਪ੍ਰਗਟ ਕਰ ਦਿੰਦੇ ਨੇ। ਉਹੀ ਨਾਮ ਦੇ ਨਾਲ ਜੁੜਦੇ ਨੇ, ਉਹਨਾਂ ਦਾ ਹੀ ਮਨ ਨਾਮ ਦੇ ਨਾਲ ਲੱਗ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਤਬ ਤੇ ਤਾਵਤ ਮਨ ਤ੍ਰਿਪਤਾਇਆ। ਇੱਥੇ ਜਿਹੜੇ ਸਾਧੂ ਸੰਤ ਪੂਰਨ ਸਾਧੂ ਦੀ ਹੁਣ ਸਤਿਗੁਰੂ ਜੀ ਗੱਲ ਕਰਦੇ ਨੇ। ਜਦੋਂ ਜੀਵ ਉਹਨਾਂ ਦੀ ਸੰਗਤ ਦੇ ਵਿੱਚ ਚਲੇ ਜਾਂਦਾ, ਉੱਥੇ ਜਾ ਕੇ ਹੋਰ ਫਿਰ ਇੱਛਾ ਸਾਰੀਆਂ ਖਤਮ ਹੋ ਜਾਂਦੀਆਂ ਨੇ। ਸਤਿਗੁਰ ਕਹਿੰਦੇ ਨੇ ਵੀ ਉਹ ਜੀਵ ਕੀ ਕਰਦਾ, ਉਹ ਵੀ ਵਾਹਿਗੁਰੂ ਦੇ ਮੂਹਰੇ ਆਣ ਕੇ ਅਰਦਾਸ ਕਰਦਾ, ਕਹਿੰਦੇ ਤੇਰੇ ਪਿਆਰਿਆਂ ਦੀ ਕਿਰਪਾ ਦੇ ਨਾਲ ਮੈਂ ਨਾਮ ਨੂੰ ਧਿਆਇਆ, ਤੇਰੇ ਪਿਆਰਿਆਂ ਦੀ ਕਿਰਪਾ ਦੇ ਨਾਲ ਮੈਨੂੰ ਨਾਮ ਦਾ ਗਿਆਨ ਹੋਇਆ। ਤਬ ਤੇ ਤਾਵਤ ਮਨ ਤ੍ਰਿਪਤਾਇਆ, ਕਹਿੰਦੇ ਉਦੋਂ ਤੋਂ ਇਹ ਚੰਚਲ ਮਨ, ਸਾਰੇ ਜਿਹੜੇ ਪਦਾਰਥ ਨੇ ਉਹਨਾਂ ਵੱਲੋਂ ਇਹਦੀ ਦੌੜ ਭੱਜ ਖਤਮ ਹੋ ਗਈ। ਧਾਵਤ ਹੁੰਦਾ ਦੌੜ ਭੱਜ, ਖਤਮ ਹੋ ਗਈ, ਕਿਉਂਕਿ ਸਤਿਗੁਰ ਆਪ ਜੀ ਦੀ ਕਿਰਪਾ ਦੇ ਨਾਲ ਇਹ ਮਨ ਨਾਮ ਦੇ ਰਾਹੀਂ ਤ੍ਰਿਪਤ ਹੋ ਗਿਆ। ਸੁਖ ਬਿਸਰਾਮ ਪਾਇਆ ਗੁਣ ਗਾਏ, ਸ਼ਰਮ ਮਿਟਿਆ ਮੇਰੀ ਹਤੀ ਬਲਾਏ। ਸੁਖ ਬਿਸਰਾਮ ਦਾ ਮਤਲਬ ਹੁੰਦਾ ਆਤਮਿਕ ਆਨੰਦ ਦੇਣ ਵਾਲਾ ਵਸੀਲਾ ਪ੍ਰਭੂ। ਪ੍ਰਭੂ ਦੀ ਕਿਰਪਾ ਦੇ ਨਾਲ ਜਦੋਂ ਦਾ ਮੈਂ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕੀਤੇ ਨੇ, ਸ਼ਰਮ ਮਿਟਿਆ ਮੇਰੀ ਹਤੀ ਬੁਲਾਏ। ਕਹਿੰਦੇ ਜਿਹੜੀ ਸ਼ਰਮ ਹੈ ਜਾਂ ਥਕਾਵਟ, ਸ਼ਰਮ, ਇਹਨੂੰ ਥਕਾਵਟ ਰੂਪ ਦੇ ਵਿੱਚ ਆਖਿਆ। ਕਹਿੰਦੇ ਮੇਰੀ ਥਕਾਵਟ ਵੀ ਹਟ ਗਈ, ਮੇਰੇ ਹੋਰ ਵੀ ਜਿਹੜਾ ਥਕੇਵਾਂ ਇਹ ਖਤਮ ਹੋ ਗਿਆ, ਹੋਰ ਵੀ ਮੇਰੀ ਚਿੰਤਾ ਦੇ ਸਾਰੇ ਰੋਗ, ਜਿਹੜੀ ਬਲਾ ਸੀਗੀ ਉਹ ਸਾਰੀਆਂ ਮਰ ਗਈਆਂ। ਇੱਥੇ ਤੱਕ ਕਿ 184 ਜੂਨ ਦੇ ਵਿੱਚ ਭਟਕਣਾ ਵੀ ਮੇਰੀ ਨਿਰੰਕਾਰ ਸੱਚੇ ਪਾਤਸ਼ਾਹ ਨੇ ਖਤਮ ਕਰ ਦਿੱਤੀ। ਰਹਾਉ ਚਰਨ ਕਮਲ ਅਰਾਧ ਭਗਵੰਤਾ, ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਇਹ ਮੇਰੇ ਪਿਆਰਿਓ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਪੂਰੇ ਭਗਵੰਤ ਦੇ ਨਾਮ ਦੀ ਆਰਾਧਨਾ ਕਰੋ, ਉਹਦੇ ਨਾਲ ਜੁੜੋ, ਬਿਰਤੀ ਆਪਣੀ ਸਦਾ ਉਹਦੇ ਨਾਲ ਜੋੜ ਕੇ ਰੱਖੋ, ਜਿਹਦੇ ਸਿਮਰਨ ਦੇ ਨਾਲ ਸਾਰੀਆਂ ਚਿੰਤਾ ਦੇ ਰੋਗ ਖਤਮ ਹੋ ਜਾਂਦੇ ਹਨ। ਸਭ ਤਜ ਅਨਾਥ ਏਕ ਸਰਣ ਆਇਓ, ਊਚ ਸਥਾਨ ਤਬ ਸਹਜੇ ਪਾਇਓ। ਜਿਸ ਵੇਲੇ ਮੈਂ ਅਨਾਥ ਏਕ ਸਾਰਿਆਂ ਨੂੰ ਤਿਆਗ ਕੇ ਉਸ ਨਿਰੰਕਾਰ ਦੀ ਸ਼ਰਨ ਦੇ ਵਿੱਚ ਆ ਗਿਆ, ਉਹਨੇ ਮੇਰੇ ਉੱਤੇ ਏਡੀ ਕਿਰਪਾ ਕਰ ਦਿੱਤੀ, ਮੈਨੂੰ ਬੜਾ ਉੱਚਾ ਸਥਾਨ, ਬੜੀ ਉੱਚੀ ਪਦਵੀ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਦੇ ਦਿੱਤੀ। ਦੁਖ ਦਰਦ ਭਰਮ ਪਉ ਨਸਿਆ, ਕਰਨ ਹਾਰ ਨਾਨਕ ਮਨ ਬਸਿਆ। ਕਹਿੰਦੇ ਜਦੋਂ ਦਾ ਮੈਂ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਗਿਆ, ਸਤਿਗੁਰ ਦੇ ਹੁਕਮ ਦੇ ਵਿੱਚ ਮੈਂ ਆਪਣਾ ਹੁਕਮ ਤੇ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ, ਉਦੋਂ ਤੋਂ ਮੇਰੇ ਸਾਰੇ ਦੁੱਖ ਤੇ ਦਰਦ ਭਰਮ ਜਿਹੜੇ ਨੇ, ਚਿੰਤਾ ਦੇ ਰੋਗ, ਮਾਇਆ ਦੇ ਰੋਗ ਤੇ ਜਿਹੜੇ ਭਰਮ ਸੀ ਹੈ ਜਾਂ ਨਹੀਂ ਹੈ, ਇਹ ਕਹਿੰਦੇ ਸਾਰੇ ਨੱਠ ਗਏ। ਇਹ ਭੌ ਡਰ ਜਿਹੜੇ ਸੀ ਇਹ ਸਾਰੇ ਹੀ ਨੱਸ ਗਏ। ਕਹਿੰਦੇ ਕਰਨਹਾਰ ਨਾਨਕ ਨਿਰੰਕਾਰ ਵਾਹਿਗੁਰੂ ਜੀ ਮੇਰੇ ਹਿਰਦੇ ਵਿੱਚ ਵਸ ਗਏ। ਗੌੜੀ ਮਹੱਲਾ ਪੰਜਵਾਂ, ਕਰ ਕਰ ਟਹਿਲੇ ਰਸਨਾ ਗੁਣ ਗਾਵੋ, ਚਰਨ ਠਾਕੁਰ ਕੈ ਮਾਰਗ ਧਾਵੋ। ਇੱਥੇ ਲਿਖਿਆ ਕਰ ਕਰ, ਇੱਕ ਕਰ ਹੈ ਕੱਲਾ ਤੇ ਇੱਕ ਕਰ ਹੈ ਸਿਹਾਰੀ ਦੇ ਨਾਲ। ਕਹਿੰਦੇ ਦੇਖ, ਇੱਕ ਉਹ ਪਹਿਲਾ ਕਰ ਜਿਹੜਾ ਕੱਕਾ ਤੇ ਰਾਰਾ ਹੈ ਉਹ ਹਨ ਹੱਥ,
ਤੇ ਦੂਸਰਾ ਜਿਹੜਾ ਕੱਕਾ ਤੇ ਰਾਧਾ ਸਿਹਾਰੀ ਨਾਲ ਲੱਗੀ ਹੈ ਕਰ, ਇਹ ਕੰਮ ਕਰ, ਇਹ ਕਿੱਤਾ ਕਰ। ਇਸ ਕਰਕੇ ਜਿਹੜੀ ਕਹਿੰਦੇ ਕਿ ਆਪਣੇ ਹੱਥਾਂ ਦੇ ਨਾਲ ਉਸ ਪ੍ਰਮਾਤਮਾ ਦੀ ਸੇਵਾ ਕਰ, ਟਹਿਲ ਕਰ। ਤਾਂ ਕਹਿੰਦੇ ਫਿਰ ਰਸਨਾ ਗੁਣ ਗਾਵੋ, ਤੇ ਜਿਹੜੀ ਤੇਰੀ ਜੇਬਾ ਹੈ ਇਹਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਕਰ। ਚਰਨ ਠਾਕਰ ਕੇ ਮਾਰਗ ਪਾਵੋ ਔਰ ਮਾਰਗ ਧਾਵੋ, ਤੇ ਪੈਰਾਂ ਦੇ ਨਾਲ ਜਿਹੜੇ ਤੈਨੂੰ ਨਿਰੰਕਾਰ ਨੇ ਪੈਰ ਦਿੱਤੇ ਆ, ਗੁਰਦੁਆਰਿਆਂ ਨੂੰ ਚੱਲ ਜਾਂ ਉਹ ਸਥਾਨਾਂ ਤੇ ਚੱਲ ਜਿੱਥੇ ਤੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ। ਕਹਿੰਦੇ ਇਸ ਤਰ੍ਹਾਂ ਦਾ ਰਾਸਤਾ ਢੂੰਡ ਲਾ ਤੇ ਬਾਕੀ ਸਾਰੀਆਂ ਦੌੜਾਂ ਖਤਮ ਕਰ ਦੇ। ਪਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਪੈ ਪਾਰ ਉਤਰਿਆ। ਉਹੀ ਸਮਾਂ ਲੇਖੇ ਦੇ ਵਿੱਚ ਲੱਗਦਾ ਜਿਸ ਵੇਲੇ ਜੀਵ ਬੰਦਗੀ ਦੇ ਵਿੱਚ ਬਹਿ ਜਾਂਦਾ, ਸਿਮਰਨ ਕਰਨ ਲੱਗ ਪੈਂਦਾ। ਸਿਮਰਨ ਕਰਦਾ ਜਿਸ ਵੇਲੇ ਉਹ ਮਨ ਤਨ ਨੂੰ ਇਕਾਗਰ ਕਰਕੇ ਸੁਰਤੀ ਇੱਕ ਦੇ ਨਾਲ ਜੋੜ ਕੇ, ਕਹਿੰਦੇ ਸਿਮਰਤ ਨਾਮ ਪੈ ਪਾਰ ਉਤਰਿਆ। ਜਦੋਂ ਫਿਰ ਜੀਵ ਇਸ ਤਰ੍ਹਾਂ ਸਿਮਰਨ ਕਰਨ ਲੱਗ ਪੈਂਦਾ ਤੇ ਸਾਰੇ ਜਿਹੜੇ ਭੈ ਨੇ, ਜਿਹੜੇ ਸਾਰੇ ਜਮਾਂ ਦੇ ਡਰ ਨੇ, ਉਹ ਸਾਰੇ ਨਿਰੰਕਾਰ ਜੀ ਖਤਮ ਕਰ ਦਿੰਦੇ ਹਨ। ਰਹਾਉ ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਿਨਾਸੀ ਮਨ ਮਹਿ ਲੇਖ। ਇਸ ਸੰਸਾਰ ਦੇ ਜੀਵ ਇਹ ਅੱਖਾਂ ਦੇ ਨਾਲ ਪ੍ਰਮਾਤਮਾ ਦੇ ਵੱਲੋਂ ਬਖਸ਼ਿਆ ਹੋਇਆ ਦੇ ਦਰਸ਼ਨ ਕਰ, ਉਹਨਾਂ ਨੂੰ ਮਿਲ, ਉਹਨਾਂ ਨੂੰ ਵੇਖਣਾ ਕਰ। ਪ੍ਰਭ ਅਵਿਨਾਸੀ ਮਨ ਮੈਂ ਲੇਖ, ਤੇ ਉਹ ਅਵਿਨਾਸੀ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਆਪਣੇ ਹਿਰਦੇ ਦੇ ਵਿੱਚ ਹੀ ਦੇਖ। ਸੁਣ ਕੀਰਤਨ ਸਾਧ ਪੈ ਜਾਏ, ਜਨਮ ਮਰਨ ਕੀ ਤਰਾਸ ਮਿਟਾਏ। ਸੰਤਾਂ ਦੇ ਨਾਲ ਬੈਠ ਕੇ ਉਹ ਨਿਰੰਕਾਰ ਦੀ ਕੀਰਤੀ ਕਰ। ਕੀਰਤੀ ਕਹਿੰਦੇ ਨੇ ਵਡਿਆਈ ਨੂੰ, ਬੰਦਗੀ ਨੂੰ, ਭਗਤੀ ਨੂੰ, ਸਿਮਰਨ ਨੂੰ, ਅਰਾਧਨ ਨੂੰ। ਇਹ ਭਾਈ ਅਸਲੀ ਕੀਰਤੀ ਆ। ਕਹਿੰਦੇ ਉਹਨਾਂ ਦੇ ਨਾਲ ਬੈਠ ਕੇ ਇਹ ਕੀਰਤੀ ਕਰੋ, ਵਾਹਿਗੁਰੂ ਦੀ ਸਿਫਤ ਸਲਾਹ ਕਰੋ ਨਿਰੰਕਾਰ ਦੀ। ਕਹਿੰਦੇ ਤੇਰਾ ਫਿਰ ਜਨਮ ਤੇ ਮਰਨ ਦੀ ਜਿਹੜਾ ਤਰਾਸ ਹੈ, ਖੌਫ ਹੈ, ਡਰ ਹੈ, ਇਹ ਸਾਰਾ ਖਤਮ ਹੋ ਜਾਵੇਗਾ। ਚਰਨ ਕਮਲ ਠਾਕੁਰ ਉਰਤਾਰ, ਦੁਲਬ ਦੇ ਨਾਨਕ ਨਿਸਤਾਰ। ਕਹਿੰਦੇ ਉਹ ਪ੍ਰੀਤਮ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰ ਲਾ। ਚਰਨ ਕਮਲ ਠਾਕੁਰ ਉਰਤਾਰ, ਹਿਰਦੇ ਦੇ ਵਿੱਚ ਧਾਰਨਾ ਕਰ ਲਾ ਤੇ ਧਾਰ ਕੇ ਉੱਥੇ ਉਹਨੂੰ ਰੱਖ ਲਾ। ਦੁਲਬ ਦੇ ਨਾਨਕ ਨਿਸਤਾਰ, ਕਹਿੰਦੇ ਇਹ ਜਿਹੜੀ ਬਹੁਤ ਉੱਚੇ ਸੁੱਚੇ ਭਾਗਾਂ ਦੇ ਨਾਲ ਤੈਨੂੰ ਦੁਰਲਭ ਦੇ, ਜਿਹੜੀ ਕਿ ਕਿਤੋਂ ਵੀ ਧਨ ਦੌਲਤ ਨਾਲ ਖਰੀਦੀ ਨਹੀਂ ਜਾ ਸਕਦੀ। ਕਹਿੰਦੇ ਉਸ ਦੇ ਨੂੰ ਨਿਰੰਕਾਰ ਵਾਹਿਗੁਰੂ ਜੀ ਤਾਰ ਲੈਣਗੇ। ਦੁਰਲਭ ਦੇ ਨਾਨਕ ਨਿਸਤਾਰ, ਨਿਸਤਾਰ ਕਹਿੰਦੇ ਤਾਰ ਦਿੰਦੇ ਨੇ, ਤਾਰ ਲੈਂਦੇ ਹਨ। ਗੌੜੀ ਮਹੱਲਾ ਪੰਜਵਾਂ। ਜਾਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਵਾਹਿਗੁਰੂ ਜੀ ਕਹਿੰਦੇ ਨੇ ਜਿਹਦੇ ਉੱਤੇ ਉਹਦੀ ਕਿਰਪਾ ਹੁੰਦੀ, ਰਹਿਮਤ ਹੁੰਦੀ ਹੈ, ਉਹੀ ਔਰ ਇਸ ਰਸਨਾ ਦੇ ਨਾਲ, ਪ੍ਰੀਤਮ ਦੇ ਨਾਮ ਦੇ ਨਾਲ ਜੁੜਦਾ ਹੈ। ਹਰ ਬਿਸਰਤ ਸਹਸਾ ਦੁਖ ਵਿਆਪੈ, ਸਿਮਰਤ ਨਾਮ ਪਰਮ ਪਉ ਪਾਗੈ। ਪ੍ਰੀਤਮ ਨੂੰ ਪ੍ਰੀਤਮ ਤੋਂ ਮੁਖ ਮੋੜਨ ਦੇ ਨਾਲ ਕਹਿੰਦੇ ਅਨੇਕਾਂ ਤਰ੍ਹਾਂ ਦੇ ਜੀਵ ਨੂੰ ਦੁੱਖ ਆਣ ਕੇ ਚੁੰਬੜ ਜਾਂਦੇ ਹਨ। ਸਿਮਰਤ ਨਾਮ ਭਰਮ ਭਉ ਭਾਗੈ, ਕਹਿੰਦੇ ਜਿਹੜੇ ਸਿਮਰਨ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦੇ ਸਾਰੇ ਭਰਮ, ਡਰ, ਸਭ ਕੁਝ ਭਉ ਜਿਹੜੇ ਨੇ ਉਹ ਭਾਗ ਜਾਂਦੇ ਹਨ, ਨੱਠ ਜਾਂਦੇ ਹਨ। ਰਹਾਉ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਜਿਹੜਾ ਜੀਵ ਇਹਨਾਂ ਨਿੰਦਿਆ ਚੁਗਲੀ ਤੋਂ ਹਟਾ ਕੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਸੁਣ ਰਿਹਾ ਹੈ, ਰਸਨਾ ਦੇ ਨਾਲ ਉਸ ਪ੍ਰੀਤਮ ਦੀ ਸਿਫਤ ਸਲਾਹ ਕਰ ਰਿਹਾ ਹੈ, ਕਹਿੰਦੇ ਉਸ ਜਿਹੜਾ ਜਨ ਹੈ ਉਹਦੇ ਲਾਗੇ ਕਿਸੇ ਤਰ੍ਹਾਂ ਦਾ ਪਾਪ ਵਿਕਾਰ ਦੁੱਖ ਨਹੀਂ ਲਾਗੇ ਆ ਸਕਦਾ। ਹਰ ਕੀ ਟਹਿਲ ਕਰਤ ਜਨ ਸੋ ਹੈ, ਤਾਂ ਕੋ ਮਾਇਆ ਅਗਨ ਨ ਪੋਹੈ। ਜਿਹੜੇ ਮਨ ਤਨ ਨੂੰ ਇਕਾਗਰ ਕਰਕੇ ਨਿਰੰਕਾਰ ਦੀ ਸੇਵਾ ਵਿੱਚ ਜੁੜ ਜਾਂਦੇ ਨੇ, ਕਿਸੇ ਰੂਪ ਦੀ ਸੇਵਾ ਦੇ ਵਿੱਚ ਵੀ ਜੁੜ ਜਾਂਦੇ ਨੇ, ਕਹਿੰਦੇ ਇਹ ਜਿਹੜੇ ਮਾਇਆ ਦਾ ਅਗਨ ਸਾਗਰ ਹੈ, ਇਹ ਜਿਹੜੀ ਅੱਗ ਹੈ ਮਾਇਆ ਰੂਪੀ, ਉਹਨੂੰ ਕਦੀ ਵੀ ਛੂੰਹਦੀ ਨਹੀਂ ਹੈ। ਮਨ ਤਨ ਮੁਖ ਹਰ ਨਾਮ ਦਇਆਲ, ਨਾਨਕ ਤਜੀਲੇ ਅਵਰ ਜੰਜਾਲ। ਕਹਿੰਦੇ ਮਨ ਤਨ ਮੁਖ, ਮਨ ਤੇ ਤਨ ਨੂੰ ਮੁਖ ਨੂੰ ਇਕਾਗਰ ਕਰਕੇ ਹਰੀ ਨਾਮ ਦਿਆਲੂ ਕਿਰਪਾਲੂ ਦਾ ਧਿਆ, ਇਹਨਾਂ ਤਿੰਨਾਂ ਚੀਜ਼ਾਂ ਨੂੰ ਇਕੱਠੀਆਂ ਕਰਦਾ। ਇਹ ਨਾ ਹੋਵੇ ਮਨ ਭਟਕਦਾ ਫਿਰੇ ਕਿਤੇ ਹੋਰ ਤੇ ਤੂੰ ਇਧਰੋਂ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਵੇਂ, ਨਹੀਂ। ਕਹਿੰਦੇ ਮੁਖ ਇੰਨਾ ਸੁਚੇਤ ਹੋ ਜਾ ਕੇ ਤੇਰੇ ਕੰਨ ਜਿਹੜਾ ਨਾਮ ਸੁਣ ਰਿਹਾ ਤੇਰੇ ਹਿਰਦੇ ਦੇ ਵਿੱਚ ਜਾਵੇ।
ਤੇਰੀ ਨਾਭ ਕਮਲ ਦੇ ਉੱਤੇ, ਜਿੱਥੇ ਕਮਲ ਦਾ ਫੁੱਲ ਹੈ ਉਹਦੇ ਵਿੱਚ ਜਾ ਕੇ ਇਹ ਨਾਮ ਬੈਠ ਜਾਵੇ। ਜਿਹੜਾ 10 ਦੁਆਰ ਤੋਂ ਅੰਮ੍ਰਿਤ ਚੋਣਾ ਉਹਦੇ ਵਿੱਚ ਜਾ ਕੇ ਇਹ ਨਾਮ ਦੀ ਕਿਰਪਾ ਦੇ ਨਾਲ ਹੀ ਪਾਈ ਚੋਣਾ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ, ਤਨ ਤੇ ਮੁਖ, ਇਹਨਾਂ ਤਿੰਨਾਂ ਨੂੰ ਇਕੱਠੇ ਕਰ ਲਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਬੇਨਤੀ ਕੀਤੀ ਸੀ ਨਾ, ਬਹੁਤ ਜਗ੍ਹਾ ਦੇ ਉੱਤੇ ਬੰਦਗੀ ਕਰਦੇ ਤਰੀਕੇ ਸਮਝਾਉਂਦੇ ਨੇ। ਜੀਵ ਨੂੰ ਸਮਝ ਜਾਣਾ ਚਾਹੀਦਾ ਹੈ ਵੀ ਤਰੀਕਾ। ਹੁਣ ਇਸ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਦਿੰਦੇ ਨਾ, ਆਪਾਂ ਇਹ ਗਿਆਨ ਤੇ ਚੱਲ ਕੇ ਤੇ ਦੇਖ ਲਈਏ 6-6 ਮਹੀਨੇ ਦੇਖੀਏ ਤਾਂ ਸਹੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਉੱਤੇ ਕੀ ਕਿਰਪਾ ਕਰਦੇ ਨੇ। ਹੁਣ ਹਫ਼ਤੇ ਬਾਅਦ ਹੀ ਨਾ ਹੱਥ ਖੜੇ ਕਰਦੇ ਹੋ, ਨਹੀਂ ਸਾਤੋਂ ਨਹੀਂ ਹੁੰਦਾ। ਨਹੀਂ, ਇਹ ਤਾਂ ਜ਼ਿੰਦਗੀ ਦਾ ਖੇਡ ਆ ਭਾਈ। ਪਤਾ ਨਹੀਂ ਕਿੰਨੀਆਂ ਕਿ ਜ਼ਿੰਦਗੀਆਂ ਹੋਰ ਆਪਾਂ ਆਣ ਕੇ ਮਨੁੱਖਾਂ ਦੇ ਵਿੱਚ ਇਹ ਖੇਡੜੀਆਂ ਨੇ। ਇਹ ਕੋਈ ਇੱਕ ਜ਼ਿੰਦਗੀ ਦਾ ਖੇਡ ਨਹੀਂ ਹੈ। ਸੋ ਇਸ ਕਰਕੇ ਪਰ ਥੋੜਾ ਜਿਹਾ ਸਮਾਂ ਲਾ ਤਾਂ ਲਈਏ ਆਪਾਂ। ਪਰ ਜੇ ਆਪਾਂ ਕੰਨਾਂ ਨਾਲ ਸੁਣਿਆ, ਅਸਰ ਕੋਈ ਨਾ ਹੋਇਆ, ਤੇ ਫਿਰ ਤਾਂ ਭਾਈ ਕੋਈ ਫਾਇਦਾ ਨਹੀਂ ਨਾ ਹੋਇਆ, ਕੋਈ ਫਾਇਦਾ ਨਹੀਂ ਹੋਇਆ। ਜੇ ਮਾਇਆ ਦੀ ਦੌੜ ਵੱਲੋਂ ਅਜੇ ਵੀ ਅਸੀਂ ਨਾ ਆਪਣੇ ਆਪ ਨੂੰ ਉਪਰਾਮ ਲਿਆ, ਤੇ ਫਿਰ ਇਹ ਮਾਇਆ ਦੀ ਦੌੜ ਦੇ ਵਿੱਚ ਤਾਂ ਜੀਵਨ ਖਤਮ ਹੋ ਜਾਣਾ। ਵੀ ਤਾਂ ਸਮਝ ਲਓ ਵੀ ਇਹ ਵਿਅਰਥ ਹੈ ਇੱਥੇ ਸੰਸਾਰ ਦੇ ਉੱਤੇ ਹੋਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਮੈਂ ਬੇਨਤੀ ਜਿਹੜੀ ਕੀਤੀ ਸੀ ਉਹਦੇ ਕਾਰਨ ਕਰਕੇ ਮੈਂ ਆਪ ਦੇ ਨਾਲ ਵਿਚਾਰ ਕੀਤੀ ਕਿ ਗੁਰੂ ਜੀ ਨੇ ਲੁਕੋ ਕੇ ਇਹ ਬੰਦਗੀ ਕਰਨ ਦੇ ਮਾਰਗ ਸਾਰੇ ਵਿੱਚੇ ਰੱਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸ਼ੁਰੂਆਤ ਕਹਿੰਦੇ ਨੇ ਵੀ ਤਿੰਨਾਂ ਨੂੰ ਇਕਾਗਰ ਕਰਕੇ, ਕਹਿੰਦੇ ਉਸ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਦਿਆਲੂ ਕਿਰਪਾਲੂ ਦਾ ਧਿਆ, ਨਾਨਕ ਤਜਿਅਲੇ ਅਵਲ ਜੰਜਾਲ। ਕਹਿੰਦੇ ਬਾਕੀ ਸਾਰੇ ਜੰਜਾਲ ਨੇ, ਮਾਇਆ ਦੇ ਬੰਧਨ ਨੇ, ਇਹਨਾਂ ਸਾਰਿਆਂ ਨੂੰ ਤੋੜੇ, ਜੰਜਾਲਾਂ ਨੂੰ ਤਿਆਗ ਦੇ। ਗੌੜੀ ਮਹਲਾ ਪੰਜਵਾਂ, ਛਾੜ ਸਿਆਣਪ ਬਹੁ ਚਤੁਰਾਈ, ਗੁਰਪੂਰੇ ਕੀ ਟੇਕ ਟਿਕਾਈ। ਛੱਡਦੇ ਸਿਆਣਪਾਂ ਆਪਣੀਆਂ ਸਾਰੀਆਂ ਤੇ ਸਾਰੇ ਆਪਣੀ ਬੁੱਧੀ ਦੀਆਂ ਚਤੁਰਾਈਆਂ ਛੱਡਦੇ, ਤੇ ਕਹਿੰਦੇ ਇਹ ਛੱਡ ਕੇ ਪੂਰੇ ਗੁਰੂ ਦੀ ਟੇਕ, ਪੂਰੇ ਗੁਰੂ ਦੀ ਓਟ ਲੈ ਲਾ, ਪੂਰੇ ਗੁਰੂ ਦੀ ਓਟ ਗ੍ਰਹਿਣ ਕਰ ਲੈ। ਦੁੱਖ ਬਿਨ ਸੇ ਸੁਖ ਹਰ ਗੁਣ ਗਾਏ, ਗੁਰਪੂਰਾ ਪੇਟਿਆ ਲਿਵ ਲਾਏ। ਸਾਰੇ ਤੇਰੇ ਜਿਹੜੇ ਦੁੱਖ ਨੇ ਉਹ ਉਸੇ ਵੇਲੇ ਤੈਨੂੰ ਛੱਡ ਕੇ ਚਲੇ ਜਾਣਗੇ। ਕਦੋਂ? ਜਦੋਂ ਤੂੰ ਪ੍ਰੀਤਮ ਵਾਹਿਗੁਰੂ ਦੇ ਗੁਣ ਗਾਣ ਲੱਗ ਪਿਆ, ਉਸੇ ਵੇਲੇ ਸਾਰੇ ਸੁੱਖ ਤੈਨੂੰ ਆਣ ਕੇ ਨਸੀਬ ਹੋ ਜਾਣਗੇ। ਗੁਰਪੂਰਾ ਭੇਟਿਆ ਲਿਵ ਲਾਏ, ਜਿਨ੍ਹਾਂ ਨੇ ਵਿਰਤੀ ਜੋੜ ਕੇ ਉਹ ਇੱਕ ਆਸਣ ਬੈਠ ਕੇ ਉਹ ਅਕਾਲ ਪੁਰਖ ਨਿਰੰਕਾਰ ਦੀ ਬੰਦਗੀ ਕੀਤੀ, ਔਰ ਉਹਦੇ ਮੂਹਰੇ ਅਰਦਾਸਾਂ ਕਰਦੇ ਨੇ ਕਿ ਸਤਿਗੁਰ ਜੀ ਮੇਰੇ ਕੋਲੋਂ ਇਹ ਬੰਦਗੀ ਕਰਵਾ ਲਵੋ। ਰਹਾਓ ਹਰ ਕਾ ਨਾਮ ਦਿਓ ਗੁਰ ਮੰਤਰ, ਮਿਟੇ ਵਸੂਰੇ ਉਤਰੀ ਚਿੰਤ। ਜਿਨ੍ਹਾਂ ਤੇ ਨਿਰੰਕਾਰ ਨੇ ਕਿਰਪਾ ਕਰ ਦਿੱਤੀ, ਉਹਨਾਂ ਨੂੰ ਹਰੀ ਦਾ ਨਾਮ ਗੁਰ ਮੰਤਰ, ਜੋ ਗੁਰ ਮੰਤਰ ਉਹ ਵਾਹਿਗੁਰੂ ਹੈ ਸਾਡਾ ਮੂਲ ਮੰਤਰ, ਜੋ ਸਤਿਗੁਰਾਂ ਨੇ ਸ਼ੁਰੂਆਤ ਦੇ ਵਿੱਚ ਉਚਾਰਨ ਕੀਤਾ। ਗੁਰ ਮੰਤਰ ਜਿਨ੍ਹਾਂ ਨੂੰ ਦੇ ਦਿੱਤਾ, ਜਿਹੜੇ ਗੁਰਮੰਤਰ ਦੇ ਨਾਲ ਜੁੜ ਗਏ, ਉਸ ਗੁਰਮੰਤਰ ਦੀ ਕਿਰਪਾ ਦੇ ਨਾਲ ਇਸ ਜਿਹੜਾ ਮੰਤਰ ਹੈ, ਇਹ ਮੰਤਰ ਦੇ ਨਾਲ ਨਾਮ ਨੇ ਪ੍ਰਗਟ ਹੋਣਾ। ਕਹਿੰਦੇ ਉਹਨਾਂ ਦੀ ਸਾਰੀਆਂ ਚਿੰਤਾ ਦੇ ਰੋਗ ਨਿਰੰਕਾਰ ਉਸੇ ਵੇਲੇ ਖਤਮ ਕਰ ਦਿੰਦੇ ਨੇ। ਉਹਨਾਂ ਦੇ ਸਾਰੇ ਚਿੰਤਾ ਦੇ ਰੋਗ ਖਤਮ ਹੋ ਗਏ। ਆਨੰਦ ਭਏ ਗੁਰ ਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮਜਾਲ। ਆਨੰਦ ਭਏ ਗੁਰ ਮਿਲਤ ਕਿਰਪਾਲ, ਬੜਾ ਆਨੰਦ ਆ ਗਿਆ, ਬੜਾ ਟਿਕਾ ਆ ਗਿਆ, ਬੜੀ ਖੁਸ਼ੀ ਅੰਦਰ, ਮਨ ਬਹੁਤ ਗਦਗਦ ਕਰਨ ਲੱਗ ਪਿਆ। ਕਦੋਂ ਤੋਂ? ਜਦੋਂ ਤੋਂ ਸਾਡਾ ਮਿਲਾਪ ਉਹ ਕਿਰਪਾਲੂ ਦਿਆਲੂ ਦੇ ਨਾਲ ਹੋ ਗਿਆ। ਕਰ ਕਿਰਪਾ ਉਸ ਅਕਾਲ ਪੁਰਖ ਨੇ ਮੇਰੇ ਉੱਤੇ ਏਡੀ ਰਹਿਮਤ ਕਰ ਦਿੱਤੀ ਕਿ ਮੇਰੇ ਸਾਰੇ ਜਮਾਂ ਦੇ ਜਾਲ ਜਿਹੜੇ ਸਨ, ਮਾਇਆ ਦੇ ਬੰਧਨ ਸਨ, ਸਾਰੇ ਖਤਮ ਕਰ ਦਿੱਤੇ। ਕਹ ਨਾਨਕ ਗੁਰ ਪੂਰਾ ਪਾਇਆ, ਤਾਂ ਤੇ ਬਹੁਰ ਨ ਵਿਆਪੈ ਮਾਇਆ। ਜਿਹਦੇ ਉੱਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਪੂਰੇ ਗੁਰੂ ਦਾ ਗਿਆਨ ਉਹਨੂੰ ਹੋ ਗਿਆ। ਜਿਹੜਾ ਜੀਵ ਪੂਰੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ, ਪੂਰੇ ਗੁਰੂ ਤੋਂ ਗਿਆਨ ਲੈ ਕੇ ਉਹ ਗਿਆਨ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਾਮ ਪ੍ਰਗਟ ਕਰ ਲਿਆ, ਤਾਂ ਤੇ ਬਹੁਰ ਨ ਵਿਆਪੈ ਮਾਇਆ। ਕਹਿੰਦੇ ਉਹਨੂੰ ਕਦੀ ਵੀ ਮਾਇਆ ਆਣ ਕੇ ਉਹਦੇ ਉੱਤੇ ਹਾਵੀ ਨਹੀਂ ਹੋ ਸਕਦੀ, ਸਗਾ ਦਾਸੀ ਬਣ ਜਾਵੇਗੀ। ਗੌੜੀ ਮਹੱਲਾ ਪੰਜਵਾਂ, ਰਾਖ ਲਿਆ ਗੁਰਪੂਰੇ ਆਪ, ਮਨ ਮੁਖ ਕਉ ਲਾਗੋ ਸੰਤਾਪ। ਜਿਹੜੇ ਗੁਰਮੁਖ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉਹਨਾਂ ਨੂੰ ਹਰ ਵੇਲੇ ਉਹਨਾਂ ਦੀ ਸੰਭਾਲ ਕਰਦੇ ਨੇ, ਤੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਛੱਡ ਦਿੰਦੇ ਨੇ, ਕਿਉਂਕਿ ਉਹ ਬੇਪਰਵਾਹ ਨੇ ਨਾ, ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ। ਉਹ ਤਾਂ ਫਿਰ ਜਨਮ ਤੇ ਮਰਨ ਦੇ ਚੱਕਰ ਦੇ ਵਿੱਚ ਪੈ ਰਹਿੰਦੇ ਨੇ, ਉਹਨਾਂ ਨੂੰ ਫਿਰ ਵੱਡੇ ਦੁੱਖ ਨਸੀਬ ਹੁੰਦੇ ਹਨ। ਗੁਰੂ ਗੁਰੂ ਜਪ ਮੀਤ ਹਮਾਰੇ,
मुख उजल हो वह दरबारे। हे मेरे मित्रों, हे मेरे दोस्तों, मेरे संबंधियों, गुरु गुरु जपीए ਆਪਾਂ। ਜਦੋਂ ਆਪਾਂ ਗੁਰ ਗੁਰ ਜਪ ਮੀਤ ਹਮਾਰੇ ਉਹਨੂੰ ਆਪਣਾ ਮਿੱਤਰ ਬਣਾ ਲਈਏ ਜਪ ਜਪ ਕੇ, ਕਹਿੰਦੇ ਮੁਖ ਉਜਲ ਹੋਵੇ ਦਰਬਾਰੇ। ਸੰਸਾਰ ਤੇ ਵੀ ਵਡਿਆਈਆਂ ਤੇ ਨਿਰੰਕਾਰ ਦੇ ਦਰ ਦੇ ਵਿੱਚ ਵੀ ਉਸ ਨੂੰ ਵਡਿਆਈਆਂ ਮੈਂ ਨਸੀਬ ਹੁੰਦੀਆਂ ਹਨ। ਰਹਾਉ ਗੁਰ ਕੇ ਚਰਨ ਹਿਰਦੇ ਵਸਾਏ, ਦੁਖ ਦੁਸ਼ਮਨ ਤੇਰੀ ਹਤੈ ਬਲਾਏ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨ ਨਾਮ ਹਿਰਦੇ ਦੇ ਵਿੱਚ ਵਸਾ ਲਿਆ, ਧਿਆਨ ਉਸ ਵੇਲੇ ਹਰ ਵੇਲੇ ਉਹ ਮਾਲਕ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਰਿਹਾ, ਮਨ ਟਿਕਾ ਦੇ ਵਿੱਚ ਆ ਗਿਆ। ਕਹਿੰਦੇ ਦੁੱਖ ਦੁਸ਼ਮਣ ਤੇਰੀ ਹੱਥੇ ਬੁਲਾਏ। ਤੈਨੂੰ ਦੁੱਖ ਦੇਣ ਵਾਲੇ ਜਿੰਨੇ ਵੀ ਤੱਤ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਸਾਰਿਆਂ ਦਾ ਨਾਸ ਕਰ ਦੇਵਣਗੇ ਔਰ ਨਾਸ ਹੋ ਜਾਂਦਾ ਹੈ। ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਇਆਲ ਭਏ ਸਗਲੇ ਜੀ ਪਾਈ। ਉਹ ਗੁਰੂ ਦਾ ਸ਼ਬਦ ਸਦਾ ਤੇਰੀ ਸਹਾਇਤਾ ਕਰੇਗਾ, ਅੰਗ ਸੰਗ ਸਹਾਈ ਸਹਾਇਤਾ ਕਰੇਗਾ ਸੰਸਾਰ ਤੇ ਵੀ। ਤੈਨੂੰ ਇਹ ਭਰਮਾਂ ਤੋਂ ਬਚਾ ਕੇ ਰੱਖੇਗਾ, ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇਗਾ। ਪੜਤ ਨਾਨਕ ਮੇਰੀ ਪੂਰ, ਹਾਂ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਿਆਲ ਭਏ ਸਗਲੇ ਜੀ ਪਾਈ। ਕਹਿੰਦੇ ਉਹ ਤੇਰੇ ਉੱਤੇ ਨਹੀਂ, ਤੇਰੇ ਸਾਰੇ ਜੀਵਾਂ ਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਿਆਲਤਾ ਕਿਰਪਾਲਤਾ ਕਰ ਦੇਣਗੇ। ਗੁਰਪੂਰੇ ਜਬ ਕਿਰਪਾ ਕਰੀ, ਪਣਤ ਨਾਨਕ ਮੇਰੀ ਪੂਰੀ ਪਰੀ। ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਨੇ ਮੇਰੇ ਉੱਤੇ ਕਿਰਪਾ ਕੀਤੀ, ਮੈਨੂੰ ਆਪਣਾ ਬਣਾ ਲਿਆ, ਮੈਨੂੰ ਬਣਾ ਕੇ ਆਪਣਾ ਫਿਰ ਨਾਮ ਦੇ ਦਿੱਤਾ ਔਰ ਉਹ ਨਾਮ ਦੇ ਰਾਹੀਂ ਮੇਰਾ ਜੀਵਨ ਜਿਹੜਾ ਸੀ ਸਤਿਗੁਰਾਂ ਨੇ ਪ੍ਰਵਾਨ ਕਰ ਲਿਆ। ਪਣਤ ਨਾਨਕ ਮੇਰੀ ਪੂਰੀ ਭਰੀ ਔਰ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੇਰੀ ਪਤ ਆਬਰੂ ਇਹਦੂ ਸੰਸਾਰ ਦੇ ਉੱਤੇ ਉਸ ਅਕਾਲ ਪੁਰਖ ਨੇ ਰੱਖ ਲਈ। ਗੌੜੀ ਮਹੱਲਾ ਪੰਜਵਾਂ, ਅਨੇਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ। ਹੁਣ ਸਤਿਗੁਰੂ ਜੀ ਮਨਮੁਖਾਂ ਦੀ ਗੱਲ ਕਰਦੇ ਨੇ, ਕਦੇ ਅਨੇਕ ਰਸਾਂ ਖਾਦੇ ਉਹਨੇ, ਅਨੇਕਾਂ ਤਰ੍ਹਾਂ ਦੇ ਭੋਗ ਭੋਗੇ, ਇਸ ਤਰ੍ਹਾਂ ਜਿੱਦਾਂ ਪਸ਼ੂ ਨੇ, ਪਸ਼ੂ ਦਾ ਖਾਣਾ ਹੁੰਦਾ ਹੈ। ਢੋਰ ਕਹਿੰਦੇ ਨੇ ਪਸ਼ੂ ਨੂੰ, ਜਿੱਦਾਂ ਪਸ਼ੂ ਖਾਈ ਜਾਂਦਾ ਹੈ। ਹੁਣ ਤੁਸੀਂ ਦੇਖ ਲਓ, ਜਦੋਂ ਵੀ ਪਸ਼ੂ ਨੂੰ ਤੁਸੀਂ ਕਿਸੇ ਨੂੰ ਦੇਖੋਗੇ ਉਹ ਹਰ ਵੇਲੇ ਮੂੰਹ ਮਾਰੀ ਜਾਓ ਮਾਰੀ ਜਾਓ ਮਾਰੀ ਜਾਓ ਮਾਰੀ ਜਾਓ। ਕਹਿੰਦੇ ਇਸੇ ਤਰ੍ਹਾਂ ਹੈ ਮਨਮੁਖ ਹੈ, ਉਸ ਅਨੇਕਾਂ ਤਰ੍ਹਾਂ ਦੇ ਵੱਖਰੇ ਵੱਖਰੇ ਪਦਾਰਥਾਂ ਨੂੰ ਭੋਗਾਂ ਨੂੰ ਉਹ ਭੋਗੀ ਜਾ ਰਿਹਾ। ਮੋਹ ਕੀ ਜੇਵਰੀ ਬਾਧਿਓ ਚੋਰ, ਕਹਿੰਦੇ ਉਸ ਨੂੰ ਪਸ਼ੂ ਵਾਂਗੂ ਇਹ ਮੋਹ ਨੇ ਗਲ ਦੇ ਵਿੱਚ ਪਾ ਕੇ ਸੰਗਲ ਚੋਰ ਵਾਂਗੂ ਬੰਨ ਕੇ ਰੱਖਿਆ ਹੋਇਆ ਹੈ। ਮਿਰਤਕ ਦੇ ਸਾਧ ਸੰਗ ਬਿਹੂਨਾ, ਆਵਤ ਜਾਤ ਜੋਨੀ ਦੁਖ ਖੀਨਾ। ਸਤ ਸੰਗਤ ਤੋਂ ਬਗੈਰ ਤਾਂ ਜੀਵ ਇਸ ਤਰ੍ਹਾਂ ਜਿੱਦਾਂ ਕਹਿੰਦੇ ਮੁਰਦੇ ਦੇ ਤੁੱਲ ਹੈ। ਮਿਰਤਕ ਦੇ ਕਹਿੰਦੇ ਮੁਰਦੇ ਦੇ ਤੁੱਲ ਆ ਜਿਹੜਾ ਜੀਵ, ਉਹ ਬੰਦਾ ਜਿਹੜਾ ਸਾਧ ਸੰਗਤ ਦੇ ਵਿੱਚ ਆਣ ਕੇ ਨਿਰੰਕਾਰ ਦੀ ਬੰਦਗੀ ਨਹੀਂ ਕਰਦਾ ਔਰ ਫਿਰ ਬੜੇ ਜੂਨਾਂ ਦੇ ਵਿੱਚ ਆਉਂਦਾ, ਜੰਮਦਾ ਮਰਦਾ, ਬੜਾ ਫਿਰ ਦੁੱਖ ਖੀਨਾ, ਬੜਾ ਉਸ ਨੂੰ ਦੁੱਖ ਪ੍ਰਾਪਤ ਹੁੰਦਾ, ਉਹ ਦੁੱਖ ਦੇ ਵਿੱਚ ਹੀ ਉਹਦਾ ਨਾਸ਼ ਹੁੰਦਾ ਹੈ। ਰਹਾਉ ਅਨੇਕ ਵਸਤਰ ਸੁੰਦਰ ਪਹਿਰਾਇਆ, ਜੋ ਡਰ ਨਾ ਖੇਤ ਮਾਹੇ ਡਰਾਇਆ। ਕਹਿੰਦੇ ਇਸ ਤਰ੍ਹਾਂ ਅਨੁਭਵ ਹੁੰਦਾ ਹੈ ਵੀ ਬੜੇ ਸੋਹਣੇ ਸੋਹਣੇ ਉਹਨੇ ਕੱਪੜੇ ਪਾਏ, ਕੱਪੜੇ ਪਾ ਪਾ ਕੇ ਬੜਾ ਲੋਕਾਂ ਨੂੰ ਦਿਖਾਇਆ, ਪਰ ਅੰਦਰ ਉਹਦੇ ਡਰ ਇੰਨਾ ਉਹ ਕਿ ਆ ਜਾਨਵਰਾਂ ਨੂੰ ਡਰਾਉਣ ਵਾਲੇ ਅਸੀਂ ਕੀ ਉਹਨਾਂ ਨੂੰ ਕਹਿੰਦੇ ਨੇ, ਜਿਹੜੇ ਆਹ ਕੱਪੜੇ ਜਿਹਾ ਪਾ ਕੇ ਸਿਰ ਤੇ ਅਸੀਂ ਉਹਨਾਂ ਦੇ ਕੋਈ ਭਾਂਡਾ ਵੀ ਰੱਖ ਦਿੰਦੇ ਆ, ਸਕੇਅਰ ਕਰੋ ਅੰਗਰੇਜ਼ੀ ਜਿਹਨੂੰ ਕਹਿੰਦੇ ਨੇ, ਜਿਹੜੇ ਕਹਿੰਦੇ ਜਿੱਥੇ ਕਿਤੇ ਹੋਵੇ ਹਨੇਰੇ ਦੇ ਵਿੱਚ ਕੋਈ ਬੰਦਾ ਦੇਖ ਲਵੇ ਨਾ ਖੇਤ ਦੇ ਵਿੱਚ ਸਕੇਅਰ ਕਰੋ, ਉਹਨੂੰ ਡਰ ਲੱਗਣਾ ਪੈਂਦਾ ਹੈ, ਇਹ ਪਤਾ ਨਹੀਂ ਕਿਹੜਾ ਜਿੰਨ ਭੂਤ ਖੜਾ ਹੈ। ਕਹਿੰਦੇ ਉਹਦਾ ਤਾਂ ਹਾਲ ਤਾਂ ਇਸ ਤਰ੍ਹਾਂ ਆ ਭਈ ਜਿਸ ਤਰ੍ਹਾਂ ਉਸ ਠੂਠ ਜਿਹੜਾ ਹੁੰਦਾ ਹੈ ਉਹ ਖੜੇ ਨੂੰ ਦੇਖ ਕੇ ਉਹ ਡਰਦਾ, ਇੰਨਾ ਇਸ ਦੇ ਅੰਦਰ ਡਰ ਤੇ ਭਿਆਨਕ ਬਣਿਆ ਹੁੰਦਾ ਹੈ। ਸਗਲ ਸਰੀਰ ਆਵਤ ਸਭ ਕਾਮ, ਨਿਫਲ ਮਾਨੁਖ ਜਪੈ ਨਹੀਂ ਨਾਮ। ਜਿਹੜਾ ਕਹਿੰਦੇ ਨੇ ਇਹ ਸਾਰਾ ਸਰੀਰ ਹੈ ਯਾਰ ਜਿਹੜਾ ਨਾ ਕਿਸੇ ਵੀ ਕੰਮ ਨਹੀਂ ਆਉਂਦਾ, ਕਿਸੇ ਵੀ ਕੰਮ ਨਹੀਂ ਆਉਂਦਾ। ਕਾਰਨ ਇਹ ਕਿ ਜਿੰਨਾ ਚਿਕਰ ਉਹ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਇਹਦੇ ਸਾਰੇ ਕੀਤੇ ਹੋਏ ਸੰਸਾਰ ਦੇ ਕੰਮ ਜਿਹੜੇ ਨੇ ਨਸਫਲ ਹਨ। ਕਹੋ ਨਾਨਕ ਜਾਂ ਕੋ ਭਏ ਦਿਆਲਾ, ਸਾਧ ਸੰਗ ਮਿਲ ਭਜੇ ਗੋਪਾਲਾ। ਨਿਰੰਕਾਰ ਜੀ ਕਹਿੰਦੇ ਨੇ ਕਹੋ ਨਾਨਕ ਜਾਂ ਕੋ ਭੈ ਦਿਆਲਾ, ਜਿਹਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ, ਉਹੀ ਭਾਈ ਸਾਧ ਸੰਗ ਮਿਲ ਭਜੇ ਗੋਪਾਲਾ।
ਉਹੀ ਬਖਸ਼ਿਆ ਹੋਇਆਂ ਦੀ ਸੰਗਤ ਦੇ ਵਿੱਚ, ਗੁਰਦੁਆਰਾ ਦੀ ਸੰਗਤ ਦੇ ਵਿੱਚ ਬੈਠ ਕੇ, ਔਰ ਜਾਂ ਕਿਤੇ ਹੋਰ ਜੋੜ ਮੇਲਾ ਹੋਵੇ ਨਿਰੰਕਾਰ ਦਾ, ਉੱਥੇ ਜਾ ਕੇ ਉਸ ਨੂੰ ਧੰਨ ਧੰਨ ਕਹਿੰਦਾ, ਉਸ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਭਜਦਾ, ਉਹ ਗੋਪਾਲ ਨੂੰ ਜਿਹੜਾ ਸੰਸਾਰ ਦਾ ਪ੍ਰਤਿਪਾਲਕ ਹੈ ਉਹਦੀ ਬੰਦਗੀ ਕਰਦਾ, ਉਸ ਨੂੰ ਧੰਨ ਧੰਨ ਕਹਿੰਦਾ ਹੈ। ਅੱਜ ਆਪ ਜੀ ਨੇ ਕਿਰਪਾ ਕਰਨੀ ਦਾਸਾਂ ਦੇ ਉੱਤੇ, ਇੰਨੀ ਹੀ ਸੇਵਾ ਪ੍ਰਵਾਨ ਕਰ ਲੈਣੀ। ਇਸ ਦੇ ਵਿੱਚ ਹੋਈਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਨੇ, ਉਹਨਾਂ ਨੂੰ ਸਾਨੂੰ ਬਖਸ਼ ਲੈਣਾ, ਸੱਚੇ ਪਾਤਸ਼ਾਹ ਕਿਰਪਾ ਕਰੇ। ਅਰਦਾਸ ਬੇਨਤੀ ਕਰਨੀ, ਕਾਮ ਕ੍ਰੋਧ ਨੂੰ ਹੰਕਾਰ ਤੋਂ ਬਚਾ ਕੇ ਆਪ ਜੀ ਦੀ ਉੱਚੀ ਤੇ ਸੁੱਚੀ ਸੇਵਾ। ਵਾਹਿਗੁਰੂ ਜੀ ਹਿਰਦੇ ਦੇ ਉੱਤੇ ਵਸ ਕੇ, ਰਸਨਾ ਤੇ ਵਸ ਕੇ, ਹਿਰਦੇ ਦੇ ਵਿੱਚ ਵਸ ਕੇ, ਨਿਰੰਕਾਰ ਸੱਚੇ ਪਾਤਸ਼ਾਹ ਸੁਰਤੀ ਤੇ ਵਸ ਕੇ ਆਪ ਜੀ ਦੀ ਕੁਰਬਾਨ ਪਏ। ਆਪ ਵੱਡੇ ਭਾਗਾਂ ਵਾਲੇ ਹੋ, ਜਿਹੜੇ ਦਾਸਾਂ ਦਾ ਸਹਿਯੋਗ ਦੇ ਕੇ ਸਾਨੂੰ ਅਸੀਸਾਂ ਦਿੰਦੇ ਹੋ। ਨਿਰੰਕਾਰ ਤੁਹਾਡੀਆਂ ਹਰ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ। ਫਤਿਹ ਬੁਲਾਓ, ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।